ਮੇਰਾ ਸਟ੍ਰੈਸ ਲੈਵਲ ਬਹੁਤ ਸੀਗਾ ਤੇ ਮੈਨੂੰ ਬ੍ਰੇਨ ਟਿਊਮਰ, ਉਹ ਕਹਿੰਦੇ ਕੱਲਾ ਤੈਨੂੰ ਬ੍ਰੇਨ 'ਚ ਨਹੀਂ ਹੈ, ਤੈਨੂੰ ਟਿਊਮਰ ਆਲ ਓਵਰ ਬੋਡੀ 'ਚ ਹੈ। ਤੇ ਤੁਸੀਂ ਦੇਖੋ ਕਿ ਇੱਕ ਬੰਦਾ ਸ਼ੇਕ ਕਰ ਜਾਂਦਾ ਜਦੋਂ ਬੈਠਾ ਹੁੰਦਾ ਨਾ, ਵੀ ਮੈਨੂੰ ਮੇਰੇ ਰੌਂਗਟੇ ਖੜੇ ਹੋ ਰਹੇ ਨੇ ਜਦੋਂ ਤੁਸੀਂ ਦੱਸ ਰਹੇ ਹੋ, ਕਿਉਂਕਿ ਬ੍ਰੇਨ ਟਿਊਮਰ ਦਾ ਨਾਮ ਲੈਂਦਿਆਂ ਹੀ ਕੱਲਾ ਮੈਂ ਨਹੀਂ, ਜਿਹੜੇ ਵੀ ਇਸ ਵੇਲੇ ਦੇਖ ਰਹੇ ਨੇ ਤਾਂ ਉਹ ਇੱਕ ਵਾਰ ਜ਼ਰੂਰ ਚੰਚਨਾਹਟ ਉਹਨਾਂ ਦੇ ਦਿਮਾਗ ਦੇ ਵਿੱਚ, ਪੂਰੇ ਸਰੀਰ ਦੇ ਵਿੱਚ ਹੋ ਜਾਂਦੀ ਹੈ, ਕਿਉਂਕਿ PGI ਦੇ ਜਾਂ ਹੋਰ ਜਿਹੜੇ ਡਾਕਟਰ ਨੇ ਉਹ ਡਰਾਈ ਇਹਨਾਂ ਦਿੰਦੇ ਨੇ ਕਿ ਵੀ ਹੁਣ ਤੇ ਤੂੰ ਗਿਆ। मेरा नौकर एक दिन बड़ा रोया, मैनू आके कहता 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 मैडम आप जब छोटी बेटी आती है ना मैम आते तो आप खड़े हो जाया करो बिस्तर से। तो मैं उन्होंने कहा मैं कि मैं तो खड़ा होया जाता, मैं कहड़ा शौक नूं पई हैं। वो कहता नहीं वो बहुत रोती है गुड़िया, आके रोज़ मेरे से ये पूछती, मेरे से देखा नहीं जाता उसका दर्द। वो पूछती है कि मैडम मम्मा भैया अभी मम्मा जिंदा है। तो फिर मैं अपनी बेटी नूं बिठाया, मैं कहा तैनूं की लगता हैगा कि ਵੀ ਤੈਨੂੰ ਐਂ ਕਿਉਂ ਲੱਗਦਾ ਮੰਮਾ ਮਰ ਜਾਏਗੀ? ਕਹਿੰਦੀ ਡੈਡੀ ਵੀ ਤਾਂ ਮੰਜੇ ਤੇ ਪਏ ਹੁੰਦੇ ਸੀ ਨਾ। ਫਿਰ ਮੈਡੀਸਿਨਲ ਇੰਡਸਟਰੀ ਹੈ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ, ਉਹ ਤਾਂ ਲੁੱਟਣ ਤੇ ਲੱਗੀ ਹੋਈ ਹੈ, ਬਹੁਤ ਲੁੱਟ ਰਹੀ ਹੈ ਤੁਹਾਨੂੰ ਡਰਾ ਦਿੰਦੇ ਆ ਜੀ। ਜਿਹੜਾ ਐਕੂਪ੍ਰੈਸ਼ਰ ਦੇ ਵਿੱਚ ਆ ਗਿਆ ਨਾ, ਸਮਝੋ ਉਹਦੀ ਜ਼ਿੰਦਗੀ ਬਣ ਗਈ। ਟੂ ਬੀ ਓਨੈਸਟ, ਜਿਹੜਾ ਉਧਰ ਚਲਾ ਗਿਆ ਐਲੋਪੈਥੀ 'ਚ, ਉਹਦੇ ਤਾਂ ਡੈਡ ਸ਼ੋਰ ਹੈ। ਮੇਰੀ ਇੱਥੇ ਦੀ ਪ੍ਰੈਕਟਿਸ ਸੀਗੀ 7-8 ਸਾਲ ਪੁਰਾਣੀ। ਮੈਂ ਪ੍ਰੈਕਟਿਸ ਜਿੱਦਾਂ ਡਾਕਟਰ ਅਮਰੀਕ ਕਪੂਰ ਤੋਂ ਕਾਫੀ ਮੈਂ ਆਪਣੇ ਇਲਾਜ ਕਰਾਉਂਦੇ ਵੀ ਮੇਰਾ ਇੰਟਰਸਟ ਪੈਦਾ ਹੋ ਗਿਆ ਸੀ ਵੀ ਸਰਵਾਈਕਲ ਨੂੰ ਕਿੱਦਾਂ ਖਤਮ ਕਰਨਾ, ਸਪੌਂਡਲਾਈਟਿਸ ਹੈ, ਮਾੜੀ ਮੋਟੀਆਂ ਬਿਮਾਰੀਆਂ ਦਾ ਮੈਂ ਕਰਦੀ ਰਹਿੰਦੀ ਸੀ। ਫਿਰ ਮੈਂ ਇੱਕ ਦੋ ਸਰਵਾਈਕਲ ਨੂੰ ਤੁਸੀਂ ਮਾੜੀ ਮੋਟੀ ਪ੍ਰੋਬਲਮ ਮੰਨਦੇ ਹੋ? ਬਿਲਕੁਲ ਮਾੜੀ ਮੋਟੀ ਹੈ। ਸਾਡੇ ਇੱਥੇ ਹਸਪਤਾਲਾਂ ਦੇ ਵਿੱਚ ਤਾਂ ਵੱਡੇ ਵੱਡੇ ਪੈਕੇਜ ਲੈਣੇ ਪੈਂਦੇ ਆ। ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਨਾ ਸਰਵਾਈਕਲ ਦਾ। ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਰਵਾਈਕਲ ਬਿਮਾਰੀ ਨਹੀਂ ਹੈ, ਬਿਮਾਰੀ ਨਹੀਂ ਹੈ ਸਰਵਾਈਕਲ ਨਾ, ਸਪੌਂਡਲਾਈਟਿਸ ਬਿਮਾਰੀ ਹੈ। ਐਕੂਪ੍ਰੈਸ਼ਰ ਹੈ, ਰਿਫਲੈਕਸੋਲੋਜੀ ਆਪਸ 'ਚ ਭੈਣ ਭਰਾ ਹੀ ਨੇ। ਤੋ ਇਹਨਾਂ 'ਚ ਨਾ ਬੜੇ ਗੁਰ ਨੇ ਜਿਹੜੇ ਕਿ ਤੁਹਾਨੂੰ ਕਈ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈਗੀ ਕਿ ਇਹ ਪ੍ਰੀਕਾਸ਼ਨਲ ਵੀ ਟਰੀਟਮੈਂਟ ਕਰਦੀਆਂ। ਪ੍ਰੀਕਾਸ਼ਨਲ ਮਤਲਬ ਜਿਹੜੀ ਬਿਮਾਰੀ ਤੁਹਾਨੂੰ ਲੱਗਣੀ ਆ ਉਹਦੇ ਤੋਂ ਪਹਿਲਾਂ ਹੀ ਤੁਹਾਨੂੰ ਇਹਨਾਂ ਯਾਦ ਪਾ ਦਿੰਦੀਆਂ। ਸੋ ਮੈਂ ਤਾਂ ਸਾਰੇ ਪੰਜਾਬ ਦੇ ਬੱਚਿਆਂ ਨੂੰ ਕਹਿੰਦੀ ਹਾਂ ਕਿ ਜਿਨ੍ਹਾਂ ਕੋਲ ਪੜ੍ਹਾਈਆਂ ਘੱਟ ਵੀ ਹੈ, ਇਹਦੇ 'ਚ ਪੜ੍ਹਾਈ ਦੀ ਲੋੜ ਹੀ ਨਹੀਂ ਹੈ। ਐਕੂਪ੍ਰੈਸ਼ਰ 'ਚ ਕੋਈ ਪੜ੍ਹਾਈ ਦੀ ਲੋੜ ਨਹੀਂ ਹੈ, ਸਿਰਫ ਤੁਹਾਡੇ ਕੋਲ ਅੱਛਾ ਦਿਮਾਗ ਹੈ, ਤੁਸੀਂ ਸਮਝ ਸਕਦੇ ਹੋ, ਪੁਆਇੰਟ ਸਮਝ ਸਕਦੇ ਹੋ, ਕਰਕੇ ਤੁਸੀਂ ਆਪਣਾ ਜ਼ਰੂਰ ਇਸ ਐਕੂਪ੍ਰੈਸ਼ਰ ਨੂੰ, ਨੈਚੁਰਪੈਥ ਨੂੰ ਜ਼ਰੂਰ ਅਪਣਾਓ। ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਤੁਸੀਂ ਚਾਚੇ ਚਤਰੇ ਨਾਲ ਮੈਡਮ ਡੋਲੀ ਨੂੰ ਜ਼ਰੂਰ ਦੇਖਿਆ ਹੋਣਾ ਹੈ ਤੇ ਹੱਸੇ ਵੀ ਬੜਾ ਹੋਵੋਗੇ, ਪਰ ਉਸ ਹੱਸਦੇ ਚਿਹਰੇ ਦੀ ਜੇਕਰ ਤੁਹਾਨੂੰ ਅੱਜ ਅਸੀਂ ਹਕੀਕਤ ਦੱਸੀਏ ਤਾਂ ਤੁਹਾਡੇ ਰੌਂਗਟੇ ਨੇ ਜਿਹੜੇ ਉਹ ਖੜੇ ਹੋ ਸਕਦੇ ਨੇ। ਅਜਿਹੀ ਕਹਾਣੀ ਅਰਸ਼ ਤੋਂ ਫਰਸ਼ ਤੇ ਫਰਸ਼ ਤੋਂ ਮੁੜ ਤੋਂ ਅਰਸ਼ ਤੱਕ ਜਾਣ ਦੀ ਜਿਹੜੀ ਕਹਾਣੀ ਹੈ, ਜਿਹੜੀ ਜ਼ਿੰਦਗੀ ਦਾ ਸਫ਼ਰ ਹੈ, ਮੈਡਮ ਡੋਲੀ ਮਲਕੀਅਤ ਸਾਡੇ ਨਾਲ ਨੇ। ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਵੇਲੇ ਲੰਡਨ ਦੇ ਵਿੱਚ ਸੈਟਲ ਨੇ। ਕਿਉਂ ਜੀ ਜ਼ਿੰਦਗੀ ਚੱਲ ਰਹੀ ਹੈ? ਛਣਕਾਟੇ ਦੇ ਵਿੱਚ ਤੁਸੀਂ ਅਸਲ 'ਚ ਉਹਨਾਂ ਦਾ ਹੱਸਦਾ ਚਿਹਰਾ ਦੇਖਿਆ ਹੋਣਾ, ਪਰ ਅਸਲ ਸ਼ਖਸੀਅਤ ਜਿਹੜੀ ਤੁਹਾਡੇ ਅੱਜ ਉਹਨਾਂ ਨਾਲ ਰੂਬਰੂ ਕਰਵਾਉਣੇ ਆ, ਹੁਣ ਉਹ ਲਾਈਫ ਦੇ ਵਿੱਚ ਕੀ ਕਰ ਰਹੇ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਥੈਂਕ ਯੂ। ਬੜਾ ਚੰਗਾ ਲੱਗਿਆ ਤੁਹਾਨੂੰ ਵੇਖ ਕੇ। ਮੈਨੂੰ ਵੀ ਬੜਾ, ਕਿਉਂਕਿ ਮੈਂ ਵੀ ਤੁਹਾਨੂੰ ਅਕਸਰ ਰੂਬਰੂ ਇੱਦਾਂ ਮਿਲੀ ਨਹੀਂ ਸੀਗੀ ਫਾਰੂਕੀ। ਟੂ ਬੀ ਓਨੈਸਟ ਮੈਂ ਵੀ ਤੁਹਾਡੀ ਬਹੁਤ ਵੱਡੀ ਫੈਨ ਹੈ। ਸੋ ਬੜਾ ਅੱਛਾ ਲੱਗਿਆ। ਇਹ ਰੱਬ ਹੀ ਮਿਲਾਉਂਦਾ ਜੀ ਤੁਹਾਨੂੰ, ਹੈ ਨਾ। ਸੋ ਕਾਈਂਡ ਆਫ ਯੂ, ਥੈਂਕ ਯੂ ਜੀ। ਮੈਮ ਛਣਕਾਟੇ ਤੋਂ ਬਾਅਦ 2009 ਤੋਂ ਬਾਅਦ ਤੁਸੀਂ ਛਣਕਾਟੇ ਪਾਏ ਨਹੀਂ, ਕੀ ਹੋਇਆ ਇਸ ਤਰ੍ਹਾਂ ਦਾ ਲਾਈਫ ਦੇ ਵਿੱਚ? ਪਰ ਛਣਕਾਟੇ ਦੇ ਵਿੱਚ ਤੇ ਤੁਸੀਂ ਬੜੇ ਹੈਲਦੀ ਨਜ਼ਰ ਆਉਂਦੇ ਹੋ ਤੇ ਬੜੇ ਤੁਸੀਂ ਜਿਹੜੇ ਹਾਸਿਆਂ ਦੇ ਛਣਕਾਟੇ ਪਾਏ, ਤੇ ਇਸ ਵੇਲੇ ਤੁਸੀਂ ਬੜੇ ਸਲਿਮ ਟ੍ਰਿਮ। ਮੈਨੂੰ ਤਾਂ ਐਂ ਲੱਗਦਾ ਹੈ ਕਿ ਮੈਂ ਡੋਲੀ ਮੈਡਮ ਦੀ ਛੋਟੀ ਭੈਣ ਨੂੰ ਨਾ ਮਿਲ ਰਿਹਾ ਹੋਵਾਂ। ਮੈਨੂੰ ਬਹੁਤ ਲੋਕਾਂ ਨੇ ਕਿਹਾ ਵੀ ਹੈ, ਕਿਉਂਕਿ ਹੁਣ ਮੈਂ ਆ ਕੇ ਜਦੋਂ ਇੰਗਲੈਂਡ ਤੋਂ ਆ ਕੇ ਪ੍ਰੋਗਰਾਮ ਕੀਤੇ, ਕੁਛ ਕੁ ਲੇਡੀ ਸੰਗੀਤ ਦੇ ਵਿੱਚ ਲੋਕਾਂ ਨੇ ਮੈਨੂੰ ਪਛਾਣਿਆ ਹੀ ਨਹੀਂ। ਸਾਡੇ ਮਿਨਿਸਟਰ ਨੇ ਬਲਬੀਰ ਸਿੱਧੂ ਜੀ ਮੋਹਾਲੀ ਦੇ, ਉਹ ਕਹਿੰਦੇ ਵੀ ਤੁਸੀਂ ਤਾਂ ਕਹਿ ਰਹੇ ਸੀ ਡੋਲੀ ਮੈਡਮ ਆਉਣਗੇ, ਮੈਂ ਤਾਂ ਦੇਖ ਰਿਹਾ ਕਿ ਡੋਲੀ ਮੈਡਮ ਕਿਤੇ ਦਿਖਦੇ ਹੀ ਨਹੀਂ। ਉਹ ਕਹਿੰਦੇ ਜੀ ਉਹ ਮੈਡਮ ਹੀ ਹੈ, ਡੋਲੀ ਮੈਡਮ ਹੀ ਹੈ। ਸੋ ਉਹ ਬੜੇ ਹੈਰਾਨ ਹੋਏ, ਬਹੁਤ ਲੋਕ ਹੈਰਾਨ ਹੋ ਰਹੇ ਆ ਇਸ ਗੱਲ 'ਤੇ। ਸੋ ਮੈਂ ਇੱਕ ਤਾਂ ਤੁਹਾਡੀ ਪਹਿਲੀ ਗੱਲ ਦਾ ਜਵਾਬ ਦੇਣਾ ਚਾਹੁੰਦੀ, 2009 ਦੇ ਛਣਕਾਟੇ ਤੋਂ ਬਾਅਦ ਛਣਕਾਟਾ ਬਣਿਆ ਵੀ ਨਹੀਂ ਹੈ, ਜਸਵਿੰਦਰ ਭੱਲਿਆ ਜੀ ਨੇ ਬਣਾਇਆ ਵੀ ਨਹੀਂ, ਪਰ ਕਾਫੀ ਮੇਰੀ ਉਹ ਸਾਰੀ ਟੀਮ ਫਿਲਮਾਂ 'ਚ ਬੜੀ ਮਸਰੂਫ ਹੋ ਗਈ ਹੈ। ਅਤੇ ਮੇਰਾ ਰੁਝਾਨ ਸੀਗਾ, ਕਿਉਂਕਿ ਮੈਂ ਬੀਇੰਗ ਅ ਸਿੰਗਲ ਪੇਰੈਂਟ, ਸ਼ਾਇਦ ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ, ਮੈਂ 23 ਸਾਲ ਤੋਂ ਇਕੱਲੀ ਸੀ। ਅਤੇ ਬੀਇੰਗ ਅ ਸਿੰਗਲ ਪੇਰੈਂਟ ਮੈਂ ਆਪਣੇ 2 ਬੱਚੀਆਂ ਨੂੰ ਪੜ੍ਹਾ ਰਹੀ ਸੀਗੀ। ਇੱਕ ਬੇਟੀ ਮੇਰੀ ਡਾਕਟਰ ਹੈ, ਹੁਣ ਉਹ ਕੈਨੇਡਾ 'ਚ ਹੈ,
ਤੇ ਉਹਨੇ MBBS ਕੀਤੀ, MPH ਜੌਨ ਹੌਪਕਿਨ ਯੂਨੀਵਰਸਿਟੀ ਤੋਂ ਕੀਤੀ, ਮਾਸਟਰ ਡਿਗਰੀ ਇਨ ਪਬਲਿਕ ਹੈਲਥ। ਸੋ ਸ਼ੀ ਇਜ਼ ਅ ਡਾਕਟਰ ਤੇ ਛੋਟੀ ਬੇਟੀ ਮੇਰੇ ਨਾਲ ਹੀ ਸੀ। ਤੇ ਕੁਛ ਕੁ ਰੁਝੇਵੇਂ ਫਿਰ ਮੈਨੂੰ ਕਹਿੰਦੇ ਨਾ ਵੀ ਜਿਹੜੇ ਫਿਲਮ ਇੰਡਸਟਰੀ 'ਚ ਮੈਨੂੰ ਲੱਗਦਾ ਹੁੰਦਾ ਸੀ ਮੇਰੇ ਮੁਤਾਬਕ ਮੈਨੂੰ ਪੈਸੇ ਨਹੀਂ ਮਿਲਦੇ, ਕਿਉਂਕਿ ਆਡੀਸ਼ਨਾਂ 'ਚ ਖੜ੍ਹੇ ਹੋਵੋ। ਮੇਰਾ ਇਹ ਹੈ ਨਹੀਂ ਸੀ, ਮੈਂ ਥੀਏਟਰ ਦੀ MA ਕਰਨ ਤੋਂ ਬਾਅਦ ਜੇ ਮੈਂ ਰੋਲਾਂ ਲਈ ਇੱਦਾਂ ਲਾਈਨਾਂ 'ਚ ਖੜ੍ਹਾ, ਮੈਨੂੰ ਮੇਰੀ ਜ਼ਮੀਰ ਮੈਨੂੰ ਅਲਾਉ ਨਹੀਂ ਸੀ ਕਰਦੀ ਹੁੰਦੀ। ਸੋ ਮੈਨੂੰ ਲੱਗਦਾ ਹੁੰਦਾ ਸੀ ਜਿੰਨਾ ਕੁ ਮੇਰਾ ਕੰਮ ਹੈਗਾ ਜਾਂ ਮੇਰਾ ਆਰਟ ਹੈ, ਜੇ ਉਹਨੂੰ ਦੇਖ ਕੇ ਕੋਈ ਕਰਾਉਂਦਾ ਤਾਂ ਇਟਸ ਵੈਲ ਐਂਡ ਗੁੱਡ, ਨਹੀਂ ਤੇ ਮੈਂ ਇੱਕ ਤਰ੍ਹਾਂ ਮੈਂ ਫਿਲਮਾਂ ਤੋਂ ਇੰਟਰਸਟਿਡ ਨਹੀਂ ਸੀਗੀ, ਫਿਲਮਾਂ ਨਾਲ। ਫਿਰ ਮੈਮ ਅੱਜ ਕੱਲ ਤੁਸੀਂ ਨੈਚੁਰਲ ਪੈਥ ਵਾਲੇ ਪਾਸੇ ਨੂੰ ਹੋਏ ਹੋ, ਬੜੀਆਂ ਤੁਸੀਂ ਸਾਫ਼ ਗੋਈ ਨਾਲ ਗੱਲਾਂ ਇੱਥੇ ਕੀਤੀਆਂ। ਕੀ ਕਹਾਣੀ ਕਿਸ ਤੋਂ ਆਈ? ਬੜੀ ਭਾਵੁਕ ਮੈਸੇਜ ਅੱਜ ਇੱਥੇ ਲੋਕਾਂ ਨੂੰ, ਆਮ ਸਾਡੇ ਪਿੰਡ ਵਾਲਿਆਂ ਨੂੰ ਇੰਗਲੈਂਡ ਤੋਂ ਆ ਕੇ ਦਿੱਤਾ ਹੈ। ਕੀ ਸੁਨੇਹਾ ਦਿੱਤਾ ਮੈਮ? ਔਰ ਤੁਸੀਂ ਇਹ ਵੀ ਦੱਸਿਆ ਕਿ ਤੁਸੀਂ ਖੁਦ ਬ੍ਰੇਨ ਟਿਊਮਰ ਦੇ ਜਿਹੜੇ ਸ਼ਿਕਾਰ ਹੋ ਗਏ ਸੀ, ਤੇ ਉਸ ਤੋਂ ਬਾਅਦ ਤੁਹਾਡੇ ਜਿਹੜੇ ਮਦਰ ਇਨ ਲਾਅ ਸੀ ਉਹ ਵੀ ਇਸੇ ਤਰੀਕੇ ਨਾਲ ਜਿਹੜੇ ਦਿੱਕਤਾਂ ਪਰੇਸ਼ਾਨੀਆਂ ਦੇ ਵਿੱਚੋਂ ਲੰਘ ਕੇ ਗਏ ਨੇ। ਕੀ ਸਟੋਰੀ ਹੈ ਜੀ? ਮੇਰੇ ਐਕਚੁਅਲੀ ਮੈਨੂੰ ਖੁਦ ਨੂੰ 1999 ਵਿੱਚ ਜਦੋਂ ਮੇਰੀ ਬੇਟੀ 97 ਬੋਰਨ ਹੈ, ਛੋਟੀ ਬੇਟੀ ਮੇਰੀ, ਉਦੋਂ ਬਾਅਦ ਮੈਨੂੰ ਐਕਚੁਅਲੀ 98 ਦੇ ਵਿੱਚ ਹੀ ਟਿਊਮਰ ਡਿਟੈਕਸ਼ਨ ਹੋ ਗਈ ਸੀਗੀ। ਪਰ ਮੈਂ PGI ਤੋਂ ਥੋੜ੍ਹਾ ਉਹਦਾ ਇਲਾਜ ਕਰਾ ਰਹੀ ਸੀਗੀ। PGI ਨੇ ਮੈਨੂੰ ਸਟੀਰੋਇਡਸ ਦਿੱਤੇ ਤੇ ਉਹਦੇ ਨਾਲ ਮੇਰਾ ਨਾ ਹੋਰ ਸਾਈਡ ਇਫੈਕਟ ਹੋਣ ਲੱਗ ਗਏ ਸੀਗੇ। ਸਟੀਰੋਇਡਸ ਬੜੇ ਸਟਰੋਂਗ ਹੁੰਦੇ ਆ। ਉਹ ਕੀ ਹੁੰਦਾ ਕਿ ਜਦ ਤੱਕ ਤੁਹਾਡੇ ਸਟੀਰੋਇਡਸ ਚੱਲਦੇ ਆ ਤੁਹਾਡਾ ਦਿਮਾਗ ਸੁੰਨ ਰਹਿੰਦਾ, ਜਦੋਂ ਉਹਦਾ ਅਸਰ ਘਟਦਾ ਉਸ ਤੋਂ ਬਾਅਦ ਤੁਹਾਡੀ ਪੇਨ ਐਜ਼ ਇਟ ਇਜ਼ ਹੋ ਜਾਂਦੀ ਹੈ। ਫਿਰ ਮੈਨੂੰ ਕਿਸੇ ਨੇ ਰਿਫਲੈਕਸੋਲੋਜਿਸਟ ਡਾਕਟਰ ਅਮਰੀਕ ਸਿੰਘ ਕਪੂਰ ਨੇ ਮੋਹਾਲੀ 'ਚ, ਹੁਣ ਤੇ ਵਿਚਾਰਿਆਂ ਦੀ ਰੀਸੈਂਟਲੀ ਡੈਥ ਹੋਈ ਹੈ। ਸੋ ਹੀ ਕਿਉਰਡ ਮੈਨੀ ਪੇਸ਼ੈਂਟ ਵਿਦ ਟਿਊਮਰ, ਕੈਂਸਰ, ਇਵਨ ਕਾਫੀ ਪੇਸ਼ੈਂਟ ਉਹਨਾਂ ਨੇ ਕਿਉਰ ਕੀਤਾ। ਉਹਨਾਂ ਨਾਲ ਸਬਬ ਬਣਿਆ ਮੇਰਾ ਮਿਲਣ ਦਾ, ਤੇ ਉਹਨਾਂ ਨੇ ਮੈਨੂੰ ਕਿਉਰ ਕੀਤਾ 2.5 ਸਾਲਾਂ 'ਚ। ਮੈਨੂੰ ਬਿਲਕੁਲ ਬੈੱਡ ਤੋਂ ਉਠਾਇਆ ਸੀ ਉਹਨਾਂ ਨੇ। ਬੈੱਡ ਤੇ ਚਲੇ ਗਏ ਸੀ? ਹਾਂਜੀ ਹਾਂਜੀ, ਬੈੱਡ ਰਿਡਨ ਹੋ ਗਈ ਸੀ ਮੈਂ, ਤੇ 2000 ਦੇ ਵਿੱਚ ਮੈਂ ਬਿਲਕੁਲ ਬੈੱਡ ਰਿਡਨ ਹੋ ਗਈ ਸੀਗੀ। ਤੇ ਮੇਰੇ ਫਾਦਰ ਇਨ ਲਾਅ ਵੀ ਬਿਮਾਰ ਸੀਗੇ, ਕਿਉਂਕਿ ਮੇਰੇ ਫਾਦਰ ਇਨ ਲਾਅ ਨੂੰ ਅਲਸਰ ਸੀਗਾ, ਤੇ ਉਹਨਾਂ ਨੂੰ ਵੀ ਮੈਂ ਲੁੱਕ ਆਫਟਰ, ਮੇਰੇ ਹਸਬੈਂਡ ਉਦੋਂ ਅਮਰੀਕਾ ਰਹਿੰਦੇ ਸੀਗੇ। ਸੋ ਕਾਫੀ ਚੀਜ਼ਾਂ ਦੇ ਇੱਦਾਂ ਹੋਣ ਕਰਕੇ ਮੇਰਾ ਸਟ੍ਰੈਸ ਲੈਵਲ ਬਹੁਤ ਸੀਗਾ, ਤੇ ਮੈਨੂੰ ਬ੍ਰੇਨ ਟਿਊਮਰ, ਉਹ ਕਹਿੰਦੇ ਇਕੱਲਾ ਤੈਨੂੰ ਬ੍ਰੇਨ 'ਚ ਨਹੀਂ ਹੈ, ਤੈਨੂੰ ਟਿਊਮਰ ਆਲ ਓਵਰ ਬੋਡੀ 'ਚ ਹੈ। ਤੇ ਤੁਸੀਂ ਦੇਖੋ ਕਿ ਇੱਕ ਬੰਦਾ ਸ਼ੇਕ ਕਰ ਜਾਂਦਾ ਜਦੋਂ ਬੈਠਾ ਹੁੰਦਾ ਨਾ, ਵੀ ਮੈਨੂੰ ਮੇਰੇ ਰੌਂਗਟੇ ਖੜੇ ਹੋ ਰਹੇ ਨੇ ਜਦੋਂ ਤੁਸੀਂ ਦੱਸ ਰਹੇ ਹੋ, ਕਿਉਂਕਿ ਬ੍ਰੇਨ ਟਿਊਮਰ ਦਾ ਨਾਮ ਲੈਂਦਿਆਂ ਹੀ ਇਕੱਲਾ ਮੈਂ ਨਹੀਂ, ਜਿਹੜੇ ਵੀ ਇਸ ਵੇਲੇ ਦੇਖ ਰਹੇ ਨੇ, ਤਾਂ ਉਹ ਇੱਕ ਵਾਰ ਜ਼ਰੂਰ ਚੰਚਨਾਹਟ ਉਹਨਾਂ ਦੇ ਦਿਮਾਗ ਦੇ ਵਿੱਚ, ਪੂਰੇ ਸਰੀਰ ਦੇ ਵਿੱਚ ਹੋ ਜਾਂਦੀ ਹੈ। ਕਿਉਂਕਿ PGI ਦੇ ਜਾਂ ਹੋਰ ਜਿਹੜੇ ਡਾਕਟਰ ਨੇ ਉਹ ਡਰਾਈ ਇੰਨਾ ਦਿੰਦੇ ਨੇ ਕਿ ਵੀ ਹੁਣ ਤੇ ਤੂੰ ਗਿਆ। ਬਿਲਕੁਲ ਇੱਦਾਂ ਦੀ ਕਈ ਮੇਰੀਆਂ ਫਰੈਂਡਸ ਸੀਗੀਆਂ ਮੇਰੇ ਸਰਕਲ 'ਚ, ਇੱਕ ਦੋ ਹੋਰ ਸੀਗੀਆਂ। ਮੇਰੇ ਇੱਕ ਘਰਾਂ 'ਚੋਂ ਨਨਾਣ ਸੀਗੀ ਜਿਹਨੂੰ ਬ੍ਰੇਨ ਟਿਊਮਰ ਸੀਗਾ, ਤੇ ਉਹ ਬਿੰਦਰਾ ਫੈਮਿਲੀ ਤੋਂ ਬਿਲੋਂਗ ਕਰਦੀ ਸੀ। ਉਹਦੀ ਤਾਂ ਮੇਰੀ ਅੱਖਾਂ 'ਤੇ ਦੇਖਦੇ ਇੰਨੀਆਂ ਸਰਜਰੀਆਂ, ਕਿਉਂਕਿ ਜਦੋਂ ਤੁਹਾਡਾ ਇੱਕ ਵਾਰੀ ਬਲੇਡ ਲੱਗ ਗਿਆ ਨਾ ਜੀ, ਚਾਹੇ ਉਹ ਟਿਊਮਰ ਹੈ ਚਾਹੇ ਉਹ ਕੈਂਸਰ ਹੈ, ਜਦੋਂ ਤੁਸੀਂ ਬਲੇਡ ਲਾਤਾ ਇਹਦਾ ਮਤਲਬ ਤੁਹਾਡੀ ਡੈਡ ਸ਼ੋਰ ਡੈਥ ਹੈ, ਐਂਡ ਤੁਹਾਡੀ ਡੈਥ ਹੈ। ਤੇ ਮੈਨੂੰ ਵਾਹਿਗੁਰੂ ਨੇ ਹੀ ਸਮਝੋ ਪ੍ਰੋਟੈਕਟ ਕੀਤਾ। ਮੈਨੂੰ ਰੱਬੋਂ ਹੀ ਇੱਕ ਮੈਸੇਜ ਆਉਂਦਾ ਸੀਗਾ ਕਿ ਮੈਂ ਸਰਜਰੀ ਨਹੀਂ ਕਰਾਉਣੀ, ਕਿਉਂਕਿ ਮੇਰੇ ਸਰਜਰੀ ਦੇ ਵਿੱਚ ਬਹੁਤ ਜ਼ਿਆਦਾ ਸਰਜਰੀਆਂ ਹੋ ਚੁੱਕੀਆਂ ਸੀਗੀਆਂ। ਪਹਿਲਾਂ ਮੇਰੇ ਬੱਚੇ ਸਜੇਰੀਅਨ ਸੀਗੇ, ਮੈਂ ਕੰਟਰੀ ਰਿਪਰੈਜ਼ੈਂਟ ਕੀਤੀ ਹੈ 3 ਵਾਰੀ, ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਗਿੱਧਿਆਂ ਦੇ ਵਿੱਚ। ਤੇ ਉਦੋਂ ਮੈਨੂੰ ਜਦੋਂ ਮੈਂ ਫਸਟ ਟਾਈਮ ਉੱਥੇ ਇੰਡੀਆ ਰਿਪਰੈਜ਼ੈਂਟ ਕੀਤਾ ਸੀ, ਮੈਨੂੰ ਮੇਰੇ ਕੀ ਕਹਿੰਦੇ ਹੁੰਦੇ ਆ, ਉਹ ਨਾੜ ਹੁੰਦੀ ਹੈ ਇੱਕ ਐਕਸਟਰਾ, ਜਿਹਨੂੰ ਮੇਰਾ ਅਪੈਂਡਿਕਸ, ਸੌਰੀ ਮੈਨੂੰ ਨਾਂ ਹੀ ਭੁੱਲ ਗਿਆ ਸੀ। ਤੇ ਅਪੈਂਡਿਕਸ ਦੀ ਮੇਰੀ ਬਸਟ ਹੋ ਗਈ ਸੀ, ਬਸਟ ਹੋ ਗਿਆ ਸੀ ਅਪੈਂਡਿਕਸ ਮੇਰਾ। ਤੇ ਉੱਥੇ ਮੈਨੂੰ ਖੜੇ ਪੈਰੀ 52 ਡਾਕਟਰਸ ਤੇ 9 ਜਿਹੜੇ ਹੈਗੇ ਆ ਪ੍ਰੋਫੈਸਰ ਜਿਹੜੇ ਟੀਚ ਕਰਦੇ ਆ ਡਾਕਟਰ ਨੂੰ, ਉਹ ਸਾਨੂੰ VIP ਟਰੀਟਮੈਂਟ ਮਿਲਦਾ ਕਰਕੇ ਉੱਥੇ ਮੈਂ ਬਚ ਗਈ। ਜੇ ਮੈਂ ਇੰਡੀਆ ਹੁੰਦੀ ਤਾਂ ਮੈਂ ਨਹੀਂ ਬਚਦੀ, ਕਿਉਂਕਿ ਬਸਟ ਦਾ ਕੋਈ ਇਲਾਜ ਹੀ ਨਹੀਂ ਹੈ। ਉਸ ਤੋਂ ਬਾਅਦ ਤਾਂ ਜ਼ਹਿਰ ਫੈਲਣ ਲੱਗ ਜਾਂਦਾ। ਫਿਰ ਉਹਨਾਂ ਨੇ ਮੇਰੇ ਨਾ ਹਾਰਟ ਦੀ ਜਿਹੜੀ ਮੇਨ ਆਰਟਰੀਜ਼ ਹੁੰਦੀਆਂ ਉਹਨਾਂ ਨੂੰ ਕੱਟ ਕੇ ਉੱਥੇ ਬਲੱਡ ਚੜਾ ਕੇ ਤੇ ਉਹਦੇ ਫਿਰ ਸਾਰਾ ਸਾਫ਼ ਕਰਕੇ, ਬੜਾ ਲੰਬਾ ਪ੍ਰੋਸੀਜਰ ਸੀ। ਉਹਦੇ 'ਚ ਲੈਸਨ ਲਿਆ ਸੀ 52 ਡਾਕਟਰਸ ਨੇ ਕਿ ਹਾਊ ਟੂ ਕੰਟਰੋਲ ਬਰਸਟ ਅਪੈਂਡਿਸਾਈਟਿਕਸ, ਰਸ਼ੀਆ ਦੇ ਵਿੱਚ। ਉਹ ਕਿਤੇ ਨਾ ਕਿਤੇ ਉਹਨਾਂ ਦੇ ਹਲੇ ਵੀ ਜਿਹੜੇ ਚੈਨਲ ਆ ਕਿਤੇ ਨਾ ਕਿਤੇ ਉਹ ਚਲਾਉਂਦੇ ਨੇ। ਪਰ ਮੇਰਾ ਕਹਿਣ ਦਾ ਮਤਲਬ ਕਿ ਉੱਥੋਂ ਮੇਰੇ ਸਰਜਰੀ ਦਾ ਦੌਰ ਸ਼ੁਰੂ ਹੋਇਆ। ਸਰਜਰੀ ਤੋਂ ਮੈਨੂੰ ਬੜੀ ਨਫ਼ਰਤ ਜੀ ਸੀਗੀ ਕਿ ਮੈਂ ਸਰਜਰੀ ਨਹੀਂ ਕਰਾਉਣੀ। ਫਿਰ ਮੇਰਾ ਗੋਲ ਬਲੈਡਰ ਨਹੀਂ ਹੈ, ਉਹਦੇ 'ਚ ਪੱਥਰੀ ਸੀ ਪਹਿਲਾਂ ਤਾਂ ਹੁਣ ਤਾਂ ਗੋਲ ਬਲੈਡਰ ਦੇ ਵੀ ਇਲਾਜ ਆ ਗਏ, ਵੀ ਪੱਥਰੀ ਗੋਲ ਬਲੈਡਰ ਦੀ ਇੱਦਾਂ ਵੀ ਕੱਢਦੇ, ਉਦੋਂ ਨਹੀਂ ਸੀਗੇ। ਉਦੋਂ ਫਿਰ ਮੇਰੀ ਸਰਜਰੀ ਹੋਈ ਉਹਦੀ ਵੀ। ਸੋ ਮਤਲਬ ਮੇਰੀਆਂ ਇੰਨੀਆਂ ਸਰਜਰੀਆਂ ਹੋਈਆਂ ਸੀ, ਮੈਂ ਸਰਜਰੀ ਤੋਂ ਚਾਲੂ ਸੀ ਬੜੀ। ਮੈਂ ਕਿਹਾ ਮੈਂ ਇਹਦੀ ਨਹੀਂ ਸਰਜਰੀ, ਹੁਣ ਬ੍ਰੇਨ ਦੀ। ਉਹ ਮੈਂ ਕੁੜੀ ਨੂੰ ਵੀ ਮਰਦੇ ਦੇਖਿਆ ਆਪਣੇ ਸਾਹਮਣੇ ਕਿ ਉਹਦੇ ਬ੍ਰੇਨ 'ਚ ਟਿਊਮਰ ਸੀਗੀ, ਉਹਦੀ ਡੈਥ ਹੋਈ। ਯੰਗ ਕੁੜੀ ਸੀ ਬੜੀ, ਸ਼ੀ ਵਾਜ਼ ਅ ਟੀਚਰ। ਅਤੇ ਮੈਂ ਕਿਹਾ ਨਹੀਂ, ਮੈਂ ਨਹੀਂ ਕਰਾਉਣੀ, ਮੈਂ ਕਰਾਈ ਨਹੀਂ।
ਸਰਜਰੀ ਮੈਂ ਕੋਈ ਨਹੀਂ ਕਰਾਈ। ਉਹ ਡਾਕਟਰ ਅਮਰੀਕ ਨੇ ਮੈਨੂੰ ਕਿਹਾ ਵੀ ਜੇ ਤੁਹਾਡੀ ਸਰਜਰੀ ਨੇ ਨਾ ਦਿਸ ਇਜ਼ ਪਲੱਸ ਪੁਆਇੰਟ, ਕਿਉਂਕਿ ਸਾਡੇ ਜਿਹੜੇ ਹੱਥਾਂ ਪੈਰਾਂ ਦੇ ਐਕੂਪ੍ਰੈਸ਼ਰ ਹੈ ਨਾ ਪੁਆਇੰਟ, ਜਿੱਦਾਂ ਹੁਣ ਗਗਨ ਜੀ ਹੁਣੇ ਵੀ ਤੁਹਾਨੂੰ ਦੱਸਦੇ ਆ ਕਿ ਦੱਬਦੇ ਆਪਾਂ ਸਾਰੇ ਪੁਆਇੰਟਸ ਦੱਬਣ 'ਤੇ ਸਾਡੀ ਜਿਹੜੀ ਐਕਟਿਵ ਹੁੰਦੀ ਹੈ ਨਾ ਨਾੜਾਂ, ਹੁਣ ਜਦੋਂ ਨਾੜਾਂ ਕੱਟੀਆਂ ਹੀ ਗਈਆਂ ਤੁਹਾਡੀਆਂ ਅੰਦਰੋਂ ਬਾਡੀ 'ਚੋਂ ਕਈ, ਤੇ ਉਹ ਨਾੜਾਂ ਫਿਰ ਉਹ ਥਰੂ ਇੱਕ ਜਿਹੜਾ ਪ੍ਰੈਸ਼ਰ ਬਣਦਾ ਉਹ ਨਹੀਂ ਬਣਾਉਂਦੀਆਂ ਸਰ ਨਾ, ਤੁਹਾਡੀ ਕੱਟ ਹੀ ਹੋ ਗਈ, ਵੇਨਸ ਕੱਟ ਹੋ ਗਈਆਂ, ਤੇ ਉਹ ਵੇਨ ਮਤਲਬ ਡਿਲੇ ਹੋ ਸਕਦਾ ਹੋ ਜਾਵੇ ਉਹਦਾ ਇਲਾਜ, ਪਰ 99% ਉਹਦਾ ਡਿਲੇ ਇਲਾਜ ਬਹੁਤ ਮਾਈਨਰ ਚਾਂਸਿਸ ਰਹਿ ਜਾਂਦੇ ਆ ਜਦੋਂ ਤੁਹਾਡੀ ਸਰਜਰੀ ਹੋਈ ਹੋਵੇ। ਔਰ ਮੈਂ ਲੋਕਾਂ ਨੂੰ ਵੀ ਕਹੂੰਗੀ ਜਦੋਂ ਸਰਜਰੀ ਹੋ ਗਈ ਐਕੂਪ੍ਰੈਸ਼ਰ ਦਾ ਇਲਾਜ ਅਸੰਭਵ ਹੈ। ਸੋ ਮੈਨੂੰ ਉਹਨਾਂ ਨੇ ਫਿਰ ਇੱਦਾਂ ਮੇਰੇ ਲਈ ਮਤਲਬ ਕੀਤਾ, ਤੇ ਉਹ ਕਹਿੰਦੇ ਅੱਛਾ ਕਿ ਤੂੰ ਇਹਦੇ 'ਤੇ ਬਲੇਡ ਨਹੀਂ ਲਵਾਇਆ, ਕਿਉਂਕਿ ਬਲੇਡ ਲੱਗਣ ਤੋਂ ਬਾਅਦ ਕੈਂਸਰ ਹੈ ਜਾਂ ਟਿਊਮਰ ਹੈ ਉਹਦੇ ਜਿਹੜੇ ਸੈਲਸ ਆ ਬਹੁਤ ਵੱਧ ਜਾਂਦੇ ਆ, ਫੈਲ ਜਾਂਦੇ ਆ, ਡਬਲ ਅਟੈਕ ਕਰਦੇ ਆ। ਵੈਰੀ ਵੈਰੀ ਟਰੂ। ਤੇ ਬਸ ਫਿਰ ਮੈਨੂੰ ਉਹਨਾਂ ਨੇ ਕਿਉਰ ਕੀਤਾ, ਉਹਦੇ 'ਤੇ ਮੇਰਾ ਵਿਸ਼ਵਾਸ ਬਣਿਆ, ਪਰ ਉਹ ਬੜੇ ਐਕਸਪੈਂਸਿਵ ਵੀ ਸੀਗੇ ਡਾਕਟਰ ਸਾਹਿਬ। ਬਟ ਐਨੀਵੇ ਮਤਲਬ ਜਿਹੜਾ ਜਦ ਬੰਦਾ ਅਫੋਰਡ ਕਰਦਾ ਹੈ। ਜਦੋਂ ਜਿਸ ਵੇਲੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ, ਇੱਕ ਬੰਦਾ ਬੈੱਡ ਦੇ ਉੱਤੇ ਪਿਆ ਹੈ, ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਜੁੜਿਆ ਹੋਇਆ, ਪਤਾ ਹੈ ਕਿ ਅਸੀਂ ਘਰ ਦਾ ਧੁਰਾ ਵਾਂ, ਜੀ ਜੀ, ਇਕੱਲੇ ਤੁਹਾਡੇ ਹੀ ਨਹੀਂ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਜ਼ਾਰਾਂ ਕਰੋੜਾਂ ਘਰ ਨੇ ਪੂਰੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਧੁਰਾ ਕਿਤੇ ਨਾ ਕਿਤੇ ਕੋਈ ਨਾ ਕੋਈ ਹੁੰਦਾ ਹੈ। ਉਸ ਵੇਲੇ ਮਨ ਦੇ ਵਿੱਚ ਕੀ ਚੱਲਦਾ ਹੁੰਦਾ ਸੀ? ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਛੋਟਾ ਜਿਹਾ ਇੰਸੀਡੈਂਟ ਸੀਗਾ। ਮੇਰੇ ਫਾਦਰ ਇਨ ਲਾਅ ਬੈੱਡ ਰਿਡਨ ਸੀਗੇ, ਤੇ ਮੇਰੇ ਫਾਦਰ ਇਨ ਲਾਅ ਦੀ ਜਦੋਂ ਮੈਂ ਵੀ ਜਦੋਂ ਥੋੜੀ ਬਿਮਾਰ ਹੋਣ ਲੱਗੀ ਤੇ ਉਦੋਂ ਉਹਨਾਂ ਦੀ ਡੈਥ ਹੋ ਗਈ ਸੀ। ਮੈਂ ਘਰ ਕਿਸੇ ਨੂੰ ਨਹੀਂ ਸੀ ਦੱਸਿਆ। ਮੈਂ ਉਦੋਂ MH1 ਚੈਨਲ ਤੋਂ ਪਤਾ ਨਹੀਂ ਟੀ ਸੀਰੀਜ਼ ਤੋਂ, ਸੌਰੀ, ਮੈਂ ਟੀ ਸੀਰੀਜ਼ ਨਾਲ ਵੀ ਬਹੁਤ ਕੰਮ ਕੀਤਾ। ਮੈਂ ਉੱਥੋਂ ਕੁਝ ਗਾਣੇ ਕੋਰੀਓਗ੍ਰਾਫ ਕਰਕੇ ਘਰ ਆ ਰਹੀ ਸੀਗੀ, ਤੇ ਰਸਤੇ 'ਚ ਮੈਨੂੰ ਪਤਾ ਲੱਗਿਆ ਵੀ ਮੇਰੇ ਫਾਦਰ ਇਨ ਲਾਅ ਦੀ ਡੈਥ ਹੋ ਗਈ। ਤੇ ਉਧਰੋਂ ਮੇਰਾ ਜਰਮਨ ਦਾ ਵੀਜ਼ਾ ਲੱਗਣਾ ਸੀ। ਮੈਂ ਜਰਮਨ ਦੀ ਐਮਬੈਸੀ ਦੇ ਸਾਹਮਣੇ ਸੀ ਜਦੋਂ ਮੈਨੂੰ ਫੋਨ ਆਇਆ। ਤੇ ਉਸ ਟਾਈਮ ਨਾ ਉਸ ਜ਼ਮਾਨੇ 'ਚ ਇਦਾਂ ਹੁੰਦਾ ਸੀ ਕਿ ਐਮਬੈਸੀਆਂ ਐ ਬਾਹਰ ਹੀ ਬਾਰੀਆਂ ਜਿਹੀਆਂ ਬਣੀਆਂ ਹੁੰਦੀਆਂ ਸੀ ਉਹਦੇ 'ਚ ਤੁਸੀਂ। ਤੇ ਮੈਂ ਉੱਥੇ ਖੜੀ, ਮੈਨੂੰ ਫੋਨ ਆਇਆ ਤੇ ਮੈਂ ਫੋਨ ਸੁਣਨ ਲੱਗ ਗਈ। ਉਹ ਮੈਨੂੰ ਕਹਿੰਦਾ ਐਕਸਕਿਊਜ਼ ਮੀ ਮੈਮ, ਮੇਰਾ ਧਿਆਨ ਮੈਂ ਵਿੱਚੋਂ ਲਾਈਨ 'ਚੋਂ ਨਿਕਲ ਕੇ ਆਪਣੇ ਦੂਸਰੇ ਆਰਟਿਸਟ ਨੂੰ ਅੱਗੇ ਕੀਤਾ। ਮੈਂ ਜਦੋਂ ਫੋਨ ਸੁਣਿਆ ਕਹਿੰਦੀ ਡੈਥ ਹੋ ਗਈ। ਮੈਂ ਉੱਥੋਂ ਇਕੱਲੀ ਆਈ ਸੀ ਗੱਡੀ ਚਲਾ ਕੇ, ਕਿਉਂਕਿ ਬਾਕੀ ਟੀਮ ਨੇ ਤਾਂ ਜਾਣਾ ਸੀਗਾ ਆਫ ਕੋਰਸ, ਤੇ ਮੈਂ ਕੁਇਟ ਕਰ ਲਿਆ ਸੀ ਆਪਣਾ ਵੀਜ਼ਾ। ਮੇਰੇ ਫਾਦਰ ਇਨ ਲਾਅ ਦੀ ਡੈਥ ਹੋ ਗਈ। ਮਤਲਬ ਮੈਂ ਨਾ ਇੱਦਾਂ ਦੇ ਇੰਸੀਡੈਂਟ ਹੋਏ, ਮੈਂ ਆਪਣੇ ਵੱਲ ਧਿਆਨ ਹੀ ਨਹੀਂ ਦਿੱਤਾ ਕਰਕੇ ਮੇਰਾ ਜ਼ਿਆਦਾ ਫੈਲ ਗਿਆ ਸੀ ਕੰਮ। ਤੇ ਜਦੋਂ ਮੈਂ ਬੈੱਡ ਰਿਡਨ ਹੋ ਗਈ ਬਿਲਕੁਲ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਕੀ ਕਰ ਲਿਆ ਇਹ, ਹੈ ਨਾ। ਕਈ ਵਾਰ ਲੋਕ ਇਗਨੋਰ ਕਰਦੇ ਆਪਣੀ ਬਿਮਾਰੀ ਨੂੰ। ਇਹ ਵੀ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੁਹਾਡੇ ਧਿਆਨ 'ਚ ਥੋੜ੍ਹੀ ਜਿਹੀ ਵੀ ਤੁਹਾਡੀ ਬਿਮਾਰੀ ਤੁਹਾਨੂੰ ਪਤਾ ਲੱਗਦੀ ਹੈ, ਤੁਸੀਂ ਉਸੇ ਟਾਈਮ ਆਪਣੇ ਡਾਕਟਰ ਨੂੰ, ਆਪਣੇ ਰੱਬ ਨੂੰ ਤੋਂ ਨਾਲ ਰੱਬ ਹੀ ਹੁੰਦਾ, ਡਾਕਟਰ ਵੀ ਜ਼ਰੂਰ ਆਪਣੇ ਉਹਨਾਂ ਤੋਂ ਸਲਾਹ ਮਸ਼ਵਰਾ ਲਓ ਤਾਂ ਕਿ ਅੱਗੇ ਫਰਦਰ। ਕਈ ਲੋਕ ਆਪਣੀ ਰੁਝਾਨ ਦੇ ਵਿੱਚ ਆਪਣੀ ਲਾਈਫ ਨੂੰ ਇਗਨੋਰ ਕਰ ਦਿੰਦੇ ਆ। ਮੈਂ ਵੀ ਇੱਦਾਂ ਹੀ ਕੀਤਾ ਸੀ। ਤੇ ਮੇਰੀ ਛੋਟੀ ਜਿਹੀ ਹੁੰਦੀ ਸੀ ਬੇਟੀ, ਉਸ ਮਤਲਬ ਕਿ ਹਾਰਡਲੀ ਪਲੇਵੇ ਸਕੂਲ 'ਚ ਜਾਂਦੀ ਸੀ, ਤੇ ਮੇਰੇ ਫਾਦਰ ਇਨ ਲਾਅ ਦੀ ਡੈਥ ਹੋ ਗਈ। ਤੇ ਉਹਨੇ ਮੇਰੇ ਨੌਕਰ ਨੂੰ ਪੁੱਛਣਾ, ਰਾਜੂ ਭਈਆ ਮੰਮਾ ਅਭੀ ਜ਼ਿੰਦਾ ਹੈ? ਤੇ ਮੇਰਾ ਨੌਕਰ ਇੱਕ ਦਿਨ ਬੜਾ ਰੋਇਆ, ਮੈਨੂੰ ਆ ਕੇ ਕਹਿੰਦਾ मैडम आप जब छोटी बेटी आती है ना मैम आते तो आप खड़े हो जाया करो बिस्तर से। ਤੇ ਮੈਂ ਉਹਨੂੰ ਕਿਹਾ, ਮੈਂ ਕਿ ਮੈਂ ਤੋਂ ਖੜਿਆ ਹੋਇਆ ਜਾਂਦਾ, ਮੈਂ ਕਿਹੜਾ ਸ਼ੌਕ ਨੂੰ ਪਈ ਹਾਂ। वो कहता नहीं वो बहुत रोती है गुड़िया, आके रोज़ मेरे से ये पूछती, मेरे से देखा नहीं जाता उसका दर्द। वो पूछती है कि मैडम मम्मा भैया अभी मम्मा जिंदा है? तो फिर मैं अपनी बेटी ਨੂੰ ਬਿਠਾਇਆ, ਮੈਂ ਕਿਹਾ ਤੈਨੂੰ ਕੀ ਲੱਗਦਾ ਹੈਗਾ ਕਿ ਵੀ ਤੈਨੂੰ ਐਂ ਕਿਉਂ ਲੱਗਦਾ ਮੰਮਾ ਮਰ ਜਾਏਗੀ? ਕਹਿੰਦੀ ਡੈਡੀ ਵੀ ਤਾਂ ਮੰਜੇ 'ਤੇ ਪਏ ਹੁੰਦੇ ਸੀ ਨਾ, ਫਿਰ ਉਹਨਾਂ ਨੂੰ ਵੀ ਤਾਂ ਤੁਸੀਂ ਮਤਲਬ ਉਹਨਾਂ ਨੂੰ ਵੀ ਤਾਂ ਤੁਸੀਂ ਦੇਖਿਆ ਵੀ ਡੈਥ ਹੋ ਗਈ। ਤੇ ਉਹਨੇ ਉਹ ਬੜੀ ਇਮੋਸ਼ਨਲ ਹੈ ਛੋਟੀ ਬੇਟੀ ਨਾ, ਉਹਨੇ ਸਿਰਹਾਣੇ ਥੱਲੇ ਚਿੱਠੀ ਰੱਖੀ ਸੀਗੀ, ਤੇ ਮੇਰੀ ਵੀ ਸਿਰਹਾਣੇ ਥੱਲੇ ਚਿੱਠੀਆਂ ਰੱਖ ਜਾਂਦੀ ਸੀ ਉਹ ਕਿ ਤੁਸੀਂ ਜਲਦੀ ਜਲਦੀ ਕਿਉਰ ਹੋ ਜਾਓ, ਹੈ ਨਾ, ਕਾਈਂਡ ਆਫ। ਮਤਲਬ ਕਈ ਚੀਜ਼ਾਂ ਤੁਹਾਨੂੰ ਨਾਲ ਕਰਨੀਆਂ ਪੈਂਦੀਆਂ, ਬਟ ਸਟਿਲ ਫਿਰ ਮੈਂ ਉਹਨਾਂ ਨੇ ਮੈਨੂੰ ਚਲੋ ਲਾਈਫ ਦਿੱਤੀ ਡਾਕਟਰ ਸਾਹਿਬ ਨੇ, ਤੇ ਉਸ ਤੋਂ ਬਾਅਦ ਮੇਰਾ ਵਿਸ਼ਵਾਸ ਬਣ ਗਿਆ ਰਿਫਲੈਕਸੋਲੋਜੀ। ਤੁਸੀਂ ਟਿਊਮਰ ਵਰਗੀ ਭਿਆਨਕ ਬਿਮਾਰੀ ਤੋਂ, ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਨਿਜਾਤ ਪਾਈ? ਬਿਲਕੁਲ ਜੀ, ਬਿਲਕੁਲ ਟੋਟਲੀ ਫ੍ਰੀ ਹੋ ਗਿਆ ਸੀ ਮੇਰਾ, ਬਿਲਕੁਲ ਵੀ ਹੈ। ਇਹਦੇ 'ਚ ਨਾ ਇੱਕ ਰਿਫਲੈਕਸੋਲੋਜੀ 'ਚ ਬੜੀਆਂ ਵੱਡੀਆਂ ਐਕੂਪ੍ਰੈਸ਼ਰ ਹੈ, ਰਿਫਲੈਕਸੋਲੋਜੀ ਆਪਸ 'ਚ ਭੈਣ ਭਰਾ ਹੀ ਨੇ। ਤੋ ਇਹਨਾਂ 'ਚ ਨਾ ਬੜੇ ਗੁਰ ਨੇ ਜਿਹੜੇ ਕਿ ਤੁਹਾਨੂੰ ਕਈ ਲੋਕਾਂ ਨੂੰ ਅਵੇਅਰਨੈਸ ਹੀ ਨਹੀਂ ਹੈਗੀ ਕਿ ਇਹ ਪ੍ਰੀਕਾਸ਼ਨਲ ਵੀ ਟਰੀਟਮੈਂਟ ਕਰਦੀਆਂ। ਪ੍ਰੀਕਾਸ਼ਨਲ ਮਤਲਬ ਜਿਹੜੀ ਬਿਮਾਰੀ ਤੁਹਾਨੂੰ ਲੱਗਣੀ ਆ ਉਹਦੇ ਤੋਂ ਪਹਿਲਾਂ ਹੀ ਤੁਹਾਨੂੰ ਨਿਜਾਤ ਪਾ ਦਿੰਦੀਆਂ। ਉਹ ਬਿਮਾਰੀ ਲੱਗਣ ਤੋਂ ਪਹਿਲਾਂ ਹੀ ਭਜਾ ਦਿੰਦੇ ਆ ਕਿ ਜੇ ਮੰਨ ਲਓ ਹੁਣ ਮੇਰਾ ਇਮਿਊਨ ਸਿਸਟਮ ਹੀ ਖਰਾਬ ਹੋ ਰਿਹਾ, ਉਹ ਹੌਲੀ ਹੌਲੀ ਹੋਏਗਾ ਖਰਾਬ, ਉਹਨੂੰ ਪਹਿਲਾਂ ਹੀ ਅਸੀਂ ਪੁਆਇੰਟਸ ਨਾਲ ਇਮਿਊਨ ਸਿਸਟਮ ਨੂੰ ਠੀਕ ਕਰ ਦਿੰਦੇ ਆ।
ਕਿ ਸਾਨੂੰ ਮਤਲਬ ਸਾਡਾ ਇਮਿਊਨ ਸਿਸਟਮ ਸਟਰੋਂਗ ਹੋ ਗਿਆ। ਇਮਿਊਨ ਸਿਸਟਮ ਸਟਰੋਂਗ ਕਰਨ ਲਈ ਲੋਕੀ ਇਮਿਊਨ ਦੀਆਂ ਦਵਾਈਆਂ ਖਾਂਦੇ ਆ ਵਿਚ ਇਜ਼ ਨਾਟ ਰਿਕੁਆਇਰਡ ਹੀ ਨਹੀਂ ਹੈ। ਮੇਰੇ ਕੋਲ ਹੈਗੇ ਇਮਿਊਨ ਦੇ ਪੁਆਇੰਟ ਹੈਗੇ ਆ ਜਿਨ੍ਹਾਂ ਨਾਲ ਅਸੀਂ ਇਮਿਊਨ ਸਿਸਟਮ ਵਧਾ ਦਿੰਦੇ ਹਾਂ ਲੋਕਾਂ ਦਾ। ਤੇ ਸਾਡੇ ਪਰਮਾਤਮਾ ਨੇ ਮਸ਼ੀਨਰੀਆਂ ਅੰਦਰ ਹੀ ਫਿੱਟ ਕੀਤੀਆਂ, ਸਾਡੇ ਅੰਦਰ ਹੀ ਸ਼ੂਗਰ, ਸਾਨੂੰ ਪਤਾ ਹੀ ਨਹੀਂ ਹੁੰਦਾ। ਅਸੀਂ ਅਣਭੋਲ ਜ਼ਿੰਦਗੀ ਜਿੰਦੇ ਹਾਂ, ਅਸੀਂ ਖਾਈ ਜਾਂਦੇ ਹਾਂ, ਬਾਹਰੋਂ ਮਿੱਠਾ ਖਾਈ ਜਾਂਦੇ ਹਾਂ, ਰਸਗੁੱਲੇ ਖਾਈ ਜਾਂਦੇ ਹਾਂ, ਫਰਾਈਡ ਗੋਲ ਗੱਪੇ ਆਹ ਖਾ ਲਿਆ, ਚਾਟ ਖਾ ਲਈ, ਪਾਪੜੀ ਖਾ ਲਈ, ਸਮੋਸੇ ਖਾ ਲਏ। ਅਸੀਂ ਉੱਪਰੋਂ ਹੀ ਫੀਡ ਕਰਕੇ ਆਪਣੀ ਸਿਹਤ ਨੂੰ ਵੀ ਆਪਣੀ ਲਾਈਫ ਨੂੰ ਵੀ ਅਸੀਂ ਇਗਨੋਰ ਕਰਦੇ ਹਾਂ ਨਾ। ਸੋ ਫਿਰ ਤੁਸੀਂ ਗੋਰਿਆਂ ਦੇ ਮੁਲਕ ਰਹਿੰਦੇ ਹੋ, ਤਾਂ ਗੋਰੀ ਕਹਿੰਦੇ ਇੱਥੇ ਪੰਜਾਬ ਦੇ ਵਿੱਚ ਉਹਨੂੰ, ਤੇ ਫਿਰ ਤੁਸੀਂ ਗੋਰਿਆਂ ਦਾ ਵੀ ਇਲਾਜ ਇਸੇ ਤਰੀਕੇ ਨਾਲ ਉੱਥੇ ਕਰਦੇ ਹੋ? ਤੁਸੀਂ ਦੱਸ ਰਹੇ ਸੀ ਕਿ ਬੜੇ ਤਰੀਕੇ ਨਾਲ ਤੁਸੀਂ ਉੱਥੇ ਜਿਹੜਾ ਬਗੈਰ ਦਵਾਈ ਤੋਂ, ਬਗੈਰ ਕਿਸੇ ਟੀਕੇ ਤੋਂ, ਬਗੈਰ ਕਿਸੇ ਕੈਪਸੂਲਾਂ ਤੋਂ ਤੁਸੀਂ ਟਰੀਟਮੈਂਟ ਕਰਦੇ ਹੋ। ਇਹ ਕੰਮ ਕਿਵੇਂ ਕਰਦਾ? ਸਾਨੂੰ ਇਹ ਦੱਸੋ ਵੀ ਗੋਰੇ ਤਾਂ ਤੁਸੀਂ ਤੁਹਾਡੇ ਇੱਥੇ ਪੰਜਾਬੀ ਫੈਨ ਤੁਹਾਡੇ ਕੰਮਕਾਰ ਕਰਕੇ ਨੇ, ਔਰ ਉੱਥੇ ਮੈਨੂੰ ਲੱਗਦਾ ਕਿ ਤੁਹਾਡੀ ਥੈਰੇਪੀ ਕਰਕੇ ਗੋਰੇ ਤੁਹਾਡੇ ਫੈਨ ਹੋਏ ਹੋਣੇ ਆ ਉੱਥੇ। ਟੂ ਬੀ ਓਨੈਸਟ ਫਰੀਕੀ, ਮੈਂ ਹਲੇ ਉੱਥੇ ਨਾ ਬਿਨਾਂ ਲਾਇਸੈਂਸ ਦੇ ਤੁਸੀਂ ਕਿਸੇ ਨੂੰ ਹੱਥ ਨਹੀਂ ਲਗਾ ਸਕਦੇ। ਮੇਰੀ ਇੱਥੇ ਦੀ ਪ੍ਰੈਕਟਿਸ ਸੀਗੀ 7-8 ਸਾਲ ਪੁਰਾਣੀ। ਮੈਂ ਪ੍ਰੈਕਟਿਸ ਜਿੱਦਾਂ ਡਾਕਟਰ ਅਮਰੀਕ ਕਪੂਰ ਤੋਂ ਕਾਫੀ ਮੈਂ ਆਪਣੇ ਇਲਾਜ ਕਰਾਉਂਦੇ ਵੀ ਮੇਰਾ ਇੰਟਰਸਟ ਪੈਦਾ ਹੋ ਗਿਆ ਸੀ ਵੀ ਸਰਵਾਈਕਲ ਨੂੰ ਕਿੱਦਾਂ ਖਤਮ ਕਰਨਾ, ਸਪੌਂਡਲਾਈਟਿਸ ਹੈ, ਮਾੜੀ ਮੋਟੀਆਂ ਬਿਮਾਰੀਆਂ ਦਾ ਮੈਂ ਕਰਦੀ ਰਹਿੰਦੀ ਸੀ। ਫਿਰ ਮੈਂ ਸਰਵਾਈਕਲ ਨੂੰ ਤੁਸੀਂ ਮਾੜੀ ਮੋਟੀ ਪ੍ਰੋਬਲਮ ਮੰਨਦੇ ਹੋ? ਬਿਲਕੁਲ ਮਾੜੀ ਮੋਟੀ ਹੈ। ਸਾਡੇ ਇੱਥੇ ਹਸਪਤਾਲਾਂ ਦੇ ਵਿੱਚ ਤਾਂ ਵੱਡੇ ਵੱਡੇ ਪੈਕੇਜ ਲੈਣੇ ਪੈਂਦੇ ਆ। ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਨਾ ਸਰਵਾਈਕਲ ਦਾ। ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਰਵਾਈਕਲ ਬਿਮਾਰੀ ਨਹੀਂ ਹੈ, ਬਿਮਾਰੀ ਨਹੀਂ ਹੈ ਸਰਵਾਈਕਲ ਨਾਲ, ਸਪੌਂਡਲਾਈਟਿਸ ਬਿਮਾਰੀ ਹੈ। ਮੇਰੀਆਂ ਫਰੈਂਡ ਸੀਗੀਆਂ ਜਿਨ੍ਹਾਂ ਨੂੰ ਇੰਨਾ ਕੁ ਸਰਵਾਈਕਲ ਨਾਲ ਅਟੈਕ ਹੁੰਦਾ ਸੀਗਾ ਕਿ ਵੋਮਿਟ ਤੱਕ ਲੱਗ ਜਾਂਦੀਆਂ ਸੀ ਉਹਨਾਂ ਨੂੰ। ਉਹ ਤਾਂ ਲੈਕਚਰਰ ਹੈ ਮੇਰੇ, ਮੈਂ ਆਈ ਡੋਂਟ ਨੋ ਵੀ ਮੈਂ ਨਾਂ ਲਵਾਂ, ਉਹਨਾਂ ਦਾ ਨਾਂ ਲਵਾਂ, ਲੈਕਚਰਰ ਨੇ ਉਹ। ਅਤੇ BEd ਕਾਲਜ ਉਹਨੂੰ ਜਾਂਦੇ ਨਾ ਉਹਨਾਂ ਨੂੰ ਮੈਂ ਦੇਖਦੀ ਹੁੰਦੀ ਸੀ ਕਿ ਉਹਨਾਂ ਨੂੰ ਉਲਟੀਆਂ ਲੱਗ ਜਾਂਦੀਆਂ ਸੀਗੀਆਂ। ਇਹ ਬਿਲਕੁਲ ਵੀ ਜਿਹੜਾ ਐਸਿਡ ਬਣਦਾ ਜਾਂ ਕਿੱਦਾਂ, ਇਹ ਸਾਰਾ ਇੱਕ ਦੂਜੇ ਨਾਲ ਕਨੈਕਟਡ ਹੈ। ਤੁਹਾਡਾ ਅੱਜ ਕੱਲ੍ਹ ਦਾ ਜਿਹੜਾ ਸਟਾਈਲ ਹੈ, ਜਿੱਦਾਂ ਟੈਲੀਫੋਨਿਕ ਆਪਾਂ ਹੋ ਗਏ ਸਾਰੇ, ਹੈ ਨਾ, ਅਸੀਂ ਟੈਲੀਫੋਨ 'ਚ ਹੀ ਰੁੱਝੇ ਰਹਿੰਦੇ ਹਾਂ, ਐਂ ਕਰਾਂਗੇ ਸਾਰਾ ਦਿਨ, ਐਂ ਤੁਹਾਡੀ ਨਾੜਾਂ ਇੱਥੋਂ ਸਾਰਾ ਦਿਨ ਐਂ ਰਹਿਣਗੀਆਂ ਤਾਂ ਤੁਹਾਨੂੰ ਸਰਵਾਈਕਲ ਹੋ ਹੀ ਗਿਆ। ਤੁਹਾਡਾ ਸਟਾਈਲ ਹੈ ਤੁਸੀਂ ਬੈਠਣ ਦਾ। ਸਰਵਾਈਕਲ ਤਾਂ ਜੀ ਗਲਤ ਪਿੱਲੋ ਨਾਲ ਲੈਣ ਨਾਲ ਵੀ ਸਰਵਾਈਕਲ ਹੋ ਜਾਂਦਾ। ਤੁਸੀਂ ਗਲਤ ਸਰਾਣਾ ਰੱਖਿਆ ਆਪਣੀ ਗਰਦਨ ਦੇ ਥੱਲੇ, ਤੁਹਾਨੂੰ ਸਰਵਾਈਕਲ ਹੋ ਗਿਆ। ਸੋ ਹਲੇ ਮੈਂ ਗੋਰਿਆਂ ਨੂੰ ਟਰੀਟ ਨਹੀਂ ਕਰ ਰਹੀ ਉੱਥੇ ਨਾ। ਮੈਂ ਤਾਂ ਹੀ ਗਗਨ ਕੋਲ ਆਈ ਸੀ ਕਿਉਂਕਿ ਮੇਰਾ ਹੁਣ ਜਾ ਕੇ ਮੈਂ ਆਪਣਾ ਕਲੀਨਿਕ ਪੂਰਾ ਸੈਟਅਪ ਕਰ ਰਹੀ ਹਾਂ, ਕਿਉਂਕਿ ਮੈਂ ਡਿਪਲੋਮੇ ਤੋਂ ਬਗੈਰ ਉੱਥੇ ਲੋਕਾਂ ਨੂੰ ਹੱਥ ਨਹੀਂ। ਉੱਥੇ ਤਾਂ ਇੱਕ ਸਿਸਟਮ ਹੈ, ਤੁਸੀਂ ਇੱਥੋਂ ਵੀ ਡਾਕਟਰੀ ਕੀਤੀ ਹੋਏ ਨਾ MBBS, ਉੱਥੇ ਜਾ ਕੇ ਤੁਹਾਨੂੰ ਅਲੱਗ ਤੋਂ ਇੱਕ ਪੇਪਰ ਦੇ ਕੇ ਤੁਹਾਨੂੰ ਇਨ ਹੋਮ ਤੁਹਾਨੂੰ ਸਰਟੀਫਾਈ ਹੋਣਾ ਪਏਗਾ। ਅਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਉੱਥੇ ਮੇਰਾ ਮੋਟਿਵ ਹੈ ਉੱਥੇ, ਉਹ ਤਾਂ ਬਹੁਤ ਪਰੇ ਆ। ਤੁਸੀਂ ਸੋਚ ਵੀ ਨਹੀਂ ਸਕਦੇ ਜੋ ਮੈਂ ਸੋਚਿਆ ਹੋਇਆ ਉੱਥੇ ਲਈ। ਉੱਥੇ ਨਾ ਜੀ ਸਾਡੇ ਇਹ ਸਿਸਟਮ ਦੇ ਵਿੱਚ, ਸਾਡੇ ਐਕੂਪ੍ਰੈਸ਼ਰ ਅਤੇ ਰਿਫਲੈਕਸੋਲੋਜੀ 'ਚ ਇੱਦਾਂ ਦਾ ਸਿਸਟਮ ਹੈ ਕਿ ਗਲੈਂਡ ਔਰਗਨਸ ਨਾਲ ਸਾਡੀ ਬੋਡੀ ਜੁੜੀ ਹੋਈ ਹੈ। ਜਿੱਥੇ ਸਾਡੇ ਗਲੈਂਡ ਔਰਗਨ ਖਰਾਬ ਹੋਣਗੇ, ਆਊਟ ਆਫ ਫੰਕਸ਼ਨ ਹੋ ਜਾਣਗੇ, ਉਹਨਾਂ ਦਾ ਆਊਟ ਆਫ ਬੈਲੈਂਸ ਹੋ ਗਏ, ਕਹਿ ਰਿਹਾ ਸਾਡੀ ਲੈਂਗੁਏਜ ਅਸੀਂ ਕਹਿੰਦੇ ਵੀ ਆਊਟ ਆਫ ਬੈਲੈਂਸ ਹੋ ਗਏ, ਅਤੇ ਉੱਥੇ ਹੀ ਤੁਹਾਡੀ ਸਾਰਾ ਸਰੀਰ ਤੁਹਾਡਾ ਸਮਝ ਲਓ ਮਿੱਟੀ ਹੋ ਗਿਆ। ਸੋ ਮੈਂ ਆਪਣੀ ਸਟੱਡੀ ਦੇ ਦੌਰਾਨ, ਮੈਂ ਰਿਸਰਚ ਦੇ ਦੌਰਾਨ ਮੈਂ ਦੇਖਿਆ ਕਿ ਸਾਡਾ ਇੱਕ ਗਲੈਂਡ ਔਰਗਨ ਹੈ, ਪਿਊਟਰੀ ਗਲੈਂਡ ਔਰਗਨ, ਜਦੋਂ ਉਹ ਡਿਸਬੈਲੈਂਸ ਹੋ ਜਾਂਦਾ ਜਾਂ ਡਿਸਆਰਡਰ ਹੋ ਜਾਂਦਾ ਅਤੇ ਤੁਸੀਂ ਇਮੋਸ਼ਨਲੈਸ ਹੋ ਜਾਂਦੇ ਆ, ਕਿਉਂਕਿ ਉਹ ਸਾਰਾ ਤੁਹਾਡੀ ਬੋਡੀ ਨੂੰ ਕਮਾਂਡ ਕਰਦਾ। ਉਹ ਗਲੈਂਡ ਔਰਗਨ ਸਾਰੀ ਬੋਡੀ ਨੂੰ ਕਮਾਂਡ ਕਰਦਾ। ਮੇਰੇ ਖਿਆਲ ਇੰਟਰਵਿਊਆਂ ਕਰਕੇ ਅੱਧੇ ਡਾਕਟਰ ਤੁਸੀਂ ਵੀ ਬਣ ਗਏ। ਸੋ ਇਹ ਨਾ ਗਲੈਂਡ ਔਰਗਨ ਇੱਦਾਂ ਦਾ ਮਾਸਟਰ ਗਲੈਂਡ ਕਿ ਸਾਡੀ ਬੋਡੀ 'ਚ ਬਲੱਡ ਕਿੰਨਾ ਜਾਣਾ ਚਾਹੀਦਾ ਹੈ, ਕਿੱਥੇ ਨੂੰ ਸਾਡੇ ਕੀ ਜਾਣਾ ਚਾਹੀਦਾ, ਕਿੰਨਾ ਐਸਿਡ ਬਣਨਾ ਚਾਹੀਦਾ ਹੈ, ਸਾਰੇ ਕਮਾਂਡ ਕਰਦਾ ਉਹ ਬੋਡੀ ਨੂੰ, ਹੈ ਨਾ। ਅਤੇ ਇਹ ਜਦੋਂ ਤੁਹਾਡਾ ਡਿਸਆਰਡਰ ਹੋ ਜਾਂਦਾ, ਈਵਨ ਤੁਸੀਂ ਇਮੋਸ਼ਨਲੈਸ ਹੋ ਜਾਂਦੇ ਆ। ਇਮੋਸ਼ਨਲੈਸ ਜਿੱਦਾਂ ਕ੍ਰਿਮੀਨਲ ਬਣਦੇ ਨੇ, ਕ੍ਰਿਮੀਨਲ ਇਮੋਸ਼ਨਲੈਸ ਹੁੰਦੇ ਨਾ, ਤਾਂ ਹੀ ਗਨ ਚੁੱਕ ਕੇ ਤੁਹਾਨੂੰ ਸ਼ੂਟ ਕਰ ਦਿੰਦੇ ਆ। ਸੋ ਮੇਰਾ ਹੁਣ ਉੱਥੇ ਰਿਸਰਚ ਅਗਲੀ ਇਹ ਹੋਣੀ ਹੈ ਕਿ ਜਿਹੜੇ ਬੱਚੇ ਉੱਥੇ ਜੇਲ੍ਹਾਂ 'ਚ ਹੈਗੇ ਨੇ, ਉੱਥੇ ਦੀ ਗੌਰਮੈਂਟ ਨੂੰ ਮੈਂ ਅਪੀਲ ਕਰਨੀ ਜਾ ਕੇ, ਡਾਕਟਰਾਂ ਨਾਲ ਮਿਲਣਾ ਕਿ ਥੋੜ੍ਹੇ ਜਿਹੇ ਮੈਂ ਬਿਲਕੁਲ ਹੀ ਜਿੱਦਾਂ ਕਹਿ ਸਕਦੇ ਵੀ ਫ੍ਰੀ ਆਫ ਕੋਰਸ, ਜਿੱਦਾਂ ਇਹ ਬੱਚੇ ਸਾਡੇ ਕੈਂਪ ਲਾਉਂਦੇ ਆ ਫ੍ਰੀ, ਕਿਉਂਕਿ ਤੁਸੀਂ ਜਦ ਤੱਕ ਆਪਣਾ ਹੁਨਰ ਅਗਲੇ ਨੂੰ ਦਿਖਾਓਗੇ ਨਹੀਂ, ਅਗਲੇ ਨੂੰ ਥੋੜ੍ਹੀ ਸਮਝ ਆਏਗੀ, ਹੈ ਨਾ। ਕਈ ਵਾਲੀ ਗੱਲ ਨਹੀਂ ਸਮਝ ਪੈਂਦੀ ਆਮ, ਉਹ ਲੋਕਾਂ ਨੂੰ ਤਾਂ ਐਂ ਲੱਗਦਾ ਪਤਾ ਨਹੀਂ ਜਾਦੂ ਟੂਣਾ ਕਰਦੇ ਆ। ਸੋ ਉਸ ਬੱਚੇ ਨੂੰ ਅਸੀਂ ਮਤਲਬ ਕਿਉਰ ਕਰਾਂਗੇ ਅਤੇ ਉਹਨਾਂ ਨੂੰ ਮਤਲਬ ਇਮੋਸ਼ਨ, ਕਈ ਲੋਕ ਰੋਂਦੇ ਨਹੀਂ ਉੱਥੇ, ਬੱਚੇ ਬੜੇ ਇਮੋਸ਼ਨਲੈਸ ਨੇ ਕਈ, ਤਾਂ ਹੀ ਤੁਸੀਂ ਗਨ ਚੁੱਕ ਕੇ ਛੋਟੇ ਬੱਚੇ ਅੱਜ ਕੱਲ੍ਹ ਉੱਥੇ ਸਕੂਲਾਂ 'ਚ ਗਨ ਚਲਾ ਦਿੰਦੇ ਆ, ਜਿਹੜੇ ਕ੍ਰਿਮੀਨਲ ਵੀ ਬਣਦੇ ਆ। ਮੇਰਾ ਮੋਟਿਵ ਹੈ ਕਿ ਅਸੀਂ ਇੰਨਾ ਪੀਸਫੁਲ ਬਣਾਈਏ ਦੁਨੀਆ ਨੂੰ ਕਿ ਅਸੀਂ ਮਤਲਬ ਇਹ ਪੁਆਇੰਟ ਕਰਕੇ ਲੋਕਾਂ ਨੂੰ ਕਿਉਰ ਕਰੀਏ। ਜੀ ਮੈਮ, ਜਿਹੜੀ ਤੁਹਾਡੀ ਜਰਨੀ ਸੀ ਬਿਮਾਰੀ ਨੂੰ ਨਿਜਾਤ ਵੱਲੋਂ,
ਕਿਵੇਂ ਮਹਿਸੂਸ ਹੋਣ ਲੱਗਿਆ ਜਦੋਂ, ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਯਾਰ ਮੈਂ ਤਾਂ ਹੁਣ ਠੀਕ ਹੋਣ ਲੱਗ ਗਈ? ਤੁਸੀਂ ਪਹਿਲਾਂ ਬੜੇ ਸ਼ੱਕੀ ਸੁਭਾਅ ਦੇ ਸੀ, ਤੁਸੀਂ ਦੱਸ ਰਹੇ ਸੀ। ਬਿਲਕੁਲ ਬਿਲਕੁਲ ਮੈਂ ਸ਼ੱਕੀ ਇਸ ਤਰ੍ਹਾਂ ਨਹੀਂ ਸੀ, ਮੈਨੂੰ ਸੀਗਾ ਵੀ ਮੈਨੂੰ ਹਮੇਸ਼ਾ ਲੱਗਦਾ ਹੁੰਦੀ ਸੀ ਜਿਹੜੀ ਐਲੋਪੈਥੀ ਆ ਜਾਂ ਮੈਡੀਸਿਨਸ ਹੈ ਵੀ ਉਹਦੇ ਤੋਂ ਉੱਤੇ ਦੀ ਕੋਈ ਚੀਜ਼ ਨਹੀਂ ਹੈ, ਵੀ ਉਹ ਡਾਕਟਰੀ ਤੁਹਾਨੂੰ ਕਿਉਰ ਕਰ ਸਕਦੇ ਆ। ਵੀ ਐਵੇਂ ਤਾਂ ਨਹੀਂ ਲੋਕ ਪਾਗਲ ਇੰਨੇ ਡਾਕਟਰੀ ਉੱਤੇ ਭੀੜ ਲੱਗੀ ਪਈ ਹੈ, ਪੀਜੀਆਈ ਸਾਡੇ ਹਨਾ ਕਿੰਨੇ ਹਰ ਇੱਕ ਹਸਪੀਟਲ ਦੇ ਵਿੱਚ। ਮੈਨੂੰ ਵੀ ਕਈ ਵਾਰ, ਮੈਂ ਮਾਫ ਕਰੋ ਤੁਹਾਨੂੰ ਵਿੱਚ ਰੋਕ ਰਿਹਾ, ਮੈਨੂੰ ਵੀ ਕਈ ਵਾਰ ਫੋਨ ਕਰਦੇ ਨੇ ਤੇ ਕਹਿ ਦਿੰਦੇ ਨੇ ਵੀ ਤੁਸੀਂ ਇਹ ਕੀ ਦਿਖਾ ਰਹੇ ਹੋ, ਤੇ ਜੇ ਐਵੇਂ ਹੋ ਜਾਂਦਾ ਫਿਰ ਤੇ ਪੀਜੀਆਈ ਵਾਲੇ ਡਾਕਟਰ ਇੰਨਾ ਪੜ੍ਹ ਕੇ ਜਿਹੜਾ ਉਹ ਨੇ ਇੰਨੀ ਭੀੜ ਉੱਥੇ ਕਿਉਂ ਲੱਗੀ ਹੋਈ ਹੈ, ਉਹਨਾਂ ਨੂੰ ਵੀ ਜ਼ਰਾ ਦੱਸੋ ਜੀ ਕੀ ਚੀਜ਼। ਜਦੋਂ ਆਪਾਂ ਇੱਕ ਪੁਲਿਸ 'ਚ ਭਰਤੀ ਕਰਦੇ ਹਾਂ ਨਾ, ਲੋਕੀ ਕਈ ਵਾਰੀ ਮਾਫ ਕਰਨਾ ਆਪਾਂ, ਮੈਂ ਇੰਡੀਆ ਦਾ ਆਪਣਾ ਸਿਸਟਮ ਦੀ ਗੱਲ ਕਰਦੀ ਹਾਂ, ਜਿਨ੍ਹਾਂ ਨੇ ਕਰੋੜਾਂ ਰੁਪਈਆ ਦੇ ਕੇ ਭਰਤੀ ਕੀਤੀ। ਇੱਕ ਤਾਂ ਆਪਣੀ ਬੋਡੀ ਬਿਲਡ, ਆਪਣੇ ਐਗਜ਼ਾਮੀਨਰ ਜਾਂ ਵਿਚਾਰਿਆਂ ਨੇ ਆਪਣੀ ਮਿਹਨਤ ਨਾਲ ਅੱਗੇ ਵਧੇ ਹੁੰਦੇ। ਇੱਕ ਹੁੰਦੇ ਆ ਤੁਸੀਂ ਸਿੱਧੀ ਭਰਤੀ ਹੋ ਗਈ ਤੁਹਾਡੀ, ਹੈ ਨਾ, ਫਿਰ ਉਹ ਕਿੱਦਾਂ ਪੈਸੇ ਕੱਢਦੇ ਆ, ਫਿਰ ਤੁਹਾਡੇ ਤੋਂ ਇੱਦਾਂ ਹੀ ਹੈ ਨਾ ਪੈਸੇ ਅਗਲੇ ਨੇ ਬਣਾਉਣੇ ਆ, ਫਿਰ ਆਪਾਂ ਕਹਿੰਦੇ ਆ ਰਿਸ਼ਵਤਖੋਰ ਹੋ ਗਏ ਜਾਂ ਇੱਦਾਂ ਹੋ ਗਿਆ। ਔਰ ਸਾਨੂੰ ਬੈਲੈਂਸ ਲਿਆਉਣ ਲਈ ਇਹ ਬੱਚੇ ਜਿਹੜੇ ਕੰਮ ਕਰ ਰਹੇ ਆ ਨਾ, ਇਹੀ ਹੁਣ ਰੂਪ ਧਾਰਨ ਕਰਨਾ ਪੈਣਾ, ਘਰ ਘਰ ਪਹੁੰਚਣਾ ਪੈਣਾ, ਨਹੀਂ ਤਾਂ ਮੈਡੀਸਨਲ ਇੰਡਸਟਰੀ ਹੈ ਜਿਹੜੀ ਫਾਰਮਾਸਿਊਟੀਕਲ ਇੰਡਸਟਰੀ ਹੈ, ਉਹ ਤਾਂ ਲੁੱਟਣ ਤੇ ਲੱਗੀ ਹੋਈ ਹੈ, ਬਹੁਤ ਲੁੱਟ ਰਹੀ ਹੈ ਤੁਹਾਨੂੰ ਡਰਾ ਦਿੰਦੇ ਆ ਜੀ। ਜਿਹੜਾ ਐਕੂਪ੍ਰੈਸ਼ਰ ਦੇ ਵਿੱਚ ਆ ਗਿਆ ਨਾ, ਸਮਝੋ ਉਹਦੀ ਜ਼ਿੰਦਗੀ ਬਣ ਗਈ। ਟੂ ਬੀ ਓਨੈਸਟ, ਜਿਹੜਾ ਉਧਰ ਚਲਾ ਗਿਆ ਐਲੋਪੈਥੀ 'ਚ, ਉਹਦੇ ਤਾਂ ਡੈਡ ਸ਼ੋਰ ਹੈ, ਚਲੋ ਮਰਨਾ ਤਾਂ ਸਾਹਮਣੇ ਹੈ। ਪਰ ਇੱਥੇ ਤਾਂ ਸਾਡਾ ਉਲਟ ਰਿਵਾਜ਼ ਹੈ ਜੀ, ਸਾਡੇ ਸਿਰ ਦਰਦ ਹੁੰਦਾ ਅਸੀਂ ਚੱਕਦੇ ਚੱਕ ਕੇ ਪੇਨ ਕਿਲਰ ਖਾ ਲੈਂਦੇ, ਸਾਡੇ ਗੋਡਿਆਂ 'ਚ ਦਰਦ ਹੁੰਦਾ ਅਸੀਂ ਗੋਡਿਆਂ ਵਾਸਤੇ ਮੈਡੀਸਨ ਖਾ ਲੈਂਦੇ ਹਾਂ, ਸਾਡੇ ਪੇਟ ਦੇ ਵਿੱਚ ਦਰਦ ਹੁੰਦਾ ਅਸੀਂ ਜੜ੍ਹਾਂ 'ਚ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ, ਤੇ ਫਿਰ ਉਹ ਗੋਲੀਆਂ ਦਾ ਤਾਂ ਨੁਕਸਾਨ ਹੈ ਜੀ। ਬਿਲਕੁਲ ਬਿਲਕੁਲ ਗੋਲੀਆਂ ਦਾ ਨੁਕਸਾਨ ਹੈ। ਦੇਖੋ ਉਹ ਤੁਹਾਡੀ ਬਿਮਾਰੀ ਨੂੰ ਸਪਰੈਸ ਕਰਦੀਆਂ ਹੈ ਨਾ, ਫॉर द ਟਾਈਮ ਬੀਇੰਗ ਸਪਰੈਸ ਕਰ ਦੇਣਗੀਆਂ, ਪਰ ਉਹ ਨੈਚੁਰਲ ਪੈਥ 'ਚ ਮੈਂ ਹੈ ਹੁਣ ਵੀ, ਮਤਲਬ ਆਈ ਐਮ ਵੈਰੀ ਅਟੈਚ ਫਰੋਮ ਲਾਸਟ ਸੋ ਮੈਨੀ ਈਅਰਸ, ਨੈਚੁਰਲ ਪੈਥ ਨਾਲ ਮੈਂ ਕੰਮ ਕਰ ਰਹੀ ਹਾਂ। ਦੇਖੋ ਤੁਹਾਨੂੰ ਤੁਹਾਡੀ ਬਿਮਾਰੀ ਨੂੰ ਸਪਰੈਸ ਕਰਨਗੀਆਂ, ਉਹ ਰਿਮੂਵ ਨਹੀਂ ਕਰਨਗੀਆਂ, ਜੜੋਂ ਨਹੀਂ ਕੱਢਣਗੀਆਂ। ਉਹ ਕੀ ਹੈ, ਜਿੱਦਾਂ ਹੁਣ ਸਾਡਾ ਇੱਥੇ ਸਮਝ ਲਓ ਟਿਊਮਰ ਹੈ, ਮੇਰੇ ਸਮਝ ਲਓ ਇੱਥੇ ਟਿਊਮਰ ਹੈ ਮੇਰੇ ਹੱਥ 'ਤੇ, ਮੰਨ ਲਓ ਉਹਦੇ ਕਿੰਨੇ ਹੀ ਸੈੱਲ ਹੈ ਜਿਹੜੇ ਤੁਹਾਡੀ ਬੋਡੀ ਨੂੰ ਖਾ ਰਹੇ ਨੇ ਅੱਗੇ ਤੁਹਾਡੇ ਸਾਰੇ, ਉਹਨੂੰ ਅਸੀਂ ਸਪਰੈਸ ਕਰ ਦਾਂਗੇ ਦਵਾਈ ਦੇ ਕੇ, ਉਹਦੀ ਦਰਦ ਘਟਾ ਦਾਂਗੇ, ਜਾਂ ਕੀਮੋ ਕਰਕੇ ਉਹਨੂੰ ਸਾੜ ਦਾਂਗੇ, ਹੈ ਨਾ, ਕੈਂਸਰ ਨੂੰ ਸਾੜਤਾ ਅਸੀਂ ਉਸ ਜਗ੍ਹਾ ਨੂੰ। ਇੱਦਾਂ ਹੀ ਜਿੱਦਾਂ ਧਰਤੀ 'ਚ ਅਸੀਂ ਬੀਜ ਪਾਉਂਦੇ ਹਾਂ, ਉਸ ਤੋਂ ਬਾਅਦ ਜੱਟ ਵੀ ਆਪਣੀ ਜ਼ਮੀਨ ਨੂੰ ਕਈ ਵਾਰੀ ਸਾੜ ਕੇ ਉਹ ਜੀਰੀ, ਤਾਂ ਹੀ ਲੋਕ ਕਹਿੰਦੇ ਨਾ ਵੀ ਸਾੜਨਾ ਨਹੀਂ ਚਾਹੀਦਾ, ਸਾੜ ਜਾਂਦਾ। ਇੱਕ ਤਾਂ ਉਹਦੀ ਨਿਊਟ੍ਰੀਸ਼ਨਸ ਖਤਮ ਹੋ ਗਏ, ਤੁਹਾਡੀ ਅੰਦਰਲੀ ਬਾਡੀ ਦੇ ਨਿਊਟ੍ਰੀਸ਼ਨਸ ਉਹਦੇ ਨਾਲ ਚੰਗਿਆਂ ਮਾੜਿਆਂ ਨਾਲ ਚੰਗੇ ਸੈੱਲ ਵੀ ਤੁਹਾਡੇ ਡੈਮੇਜ ਹੋ ਗਏ, ਉਹਦੇ 'ਚੋਂ ਇੱਕ ਅੱਧਾ ਸੈੱਲ ਰਹਿ ਗਿਆ, ਉਹ ਜ਼ਮੀਨ 'ਚ ਫਿਰ ਉਪਜੇਗਾ, ਉਹ ਫਿਰ ਰੀਅਕਰਿੰਗ ਤੁਹਾਡੀ ਕੈਂਸਰ ਨੂੰ ਕਰੇਗਾ। ਸੋ ਸੇਮ ਵੇ ਹੈ ਸਾਡੀ ਬੋਡੀ, ਇੱਦਾਂ ਸਾਡੀ ਇੱਕ ਬੋਡੀ ਹੈ, ਸਾਰੀ ਜ਼ਮੀਨ ਹੈ ਸਮਝ ਲਓ। ਇਹਦੇ 'ਤੇ ਅਸੀਂ ਜਿਹਦੀ ਬਾਈ ਕਰਾਂਗੇ, ਜਿਹਦੀ ਖੇਤੀ ਕਰਾਂਗੇ, ਕੰਡੇ ਬੀਜਾਂਗੇ ਕੰਡੇ ਮਿਲਣਗੇ, ਫੁੱਲ ਬੀਜਾਂਗੇ ਫੁੱਲ ਮਿਲਣਗੇ, ਹੈ ਨਾ। ਅਸੀਂ ਜੋ ਖਾਵਾਂਗੇ ਉੱਦਾਂ ਦਾ ਸਾਨੂੰ, ਜੇ ਅਸੀਂ ਪੈਟਰੋਲ ਵਾਲੀ ਗੱਡੀ 'ਚ ਡੀਜ਼ਲ ਪਾਈ ਜਾਈਏ ਤਾਂ ਧੂੰਆਂ ਵੀ ਮਾਰੂਗੀ, ਇੰਜਣ ਰੁਕ ਵੀ ਜਾਊਗਾ। ਸੋ ਇਹੀ ਸਿਸਟਮ ਹੈ ਬੋਡੀ ਨੂੰ। ਤੁਸੀਂ ਇੱਕ ਸਮਝ ਲਓ ਗੁਰੂ ਨੇ ਤੁਹਾਨੂੰ, ਬਾਬੇ ਨੇ ਤੁਹਾਨੂੰ ਬਖਸ਼ੀ। ਦੇਖੋ ਮਰਨਾ, ਮੈਂ ਤੁਹਾਨੂੰ ਪਹਿਲਾਂ ਕਹਿੰਦੀ ਸੀ, ਸਭ ਦੇ ਆ, ਸਭ ਨੇ ਹੈ, ਜੋ ਜੀ ਆਇਆ ਸੋ ਚੱਲ ਸੀ, ਹੈ ਨਾ, ਉਹਨੇ ਜਾਣਾ ਹੀ ਹੈ। ਪਰ ਅਸੀਂ ਕਈ ਵਾਰੀ ਭੋਹ ਦੇ ਭਾਈ ਚਲੇ ਜਾਂਦੇ ਹਾਂ, ਹੈ ਨਾ। ਜਵਾਨ ਬੱਚੇ ਅੱਜ ਕੱਲ੍ਹ ਡਰੱਗਸ ਖਾ ਕੇ ਜਾਂ ਕਿਵੇਂ ਕਰਕੇ, ਸਾਡੇ ਕੋਲ ਇਵਨ ਡਰੱਗਸ ਕਿਉਰ ਵਾਸਤੇ ਵੀ ਹੈਗੇ ਆ ਪੁਆਇੰਟਸ, ਅਸੀਂ ਬੱਚਿਆਂ ਨੂੰ ਡਰੱਗ ਕਿਉਰ ਤੋਂ ਵੀ ਰੋਕ ਸਕਦੇ ਹਾਂ, ਮਤਲਬ। ਪਰ ਜਵਾਨੀ ਜੁੜੇ ਤਾਂ ਸਹੀ ਨਾ, ਜਵਾਨੀ। ਜੀ ਜੀ ਜੀ। ਤੇ ਮੈਮ ਫਿਰ ਤੁਹਾਨੂੰ ਪਹਿਲੇ ਦਿਨ ਕਦੋਂ ਪਤਾ ਲੱਗਿਆ ਕਿ ਯਾਰ ਹੁਣ ਥੋੜਾ ਜਿਹਾ ਰਿਲੀਫ ਮਿਲ ਰਿਹਾ ਹੈ ਗੋਲੀਆਂ ਤੋਂ, ਹਰ ਇੱਕ ਟੀਕਿਆਂ ਤੋਂ? ਬਹੁਤ ਸਾਲ ਹੋ ਗਏ ਫਾਰੂਕੀ ਜੀ, ਬਹੁਤ ਸਾਲ ਹੋ ਗਏ। ਸੋ ਪਰ ਮੈਂ ਡਾਇਬਟੀਜ਼ ਸੀਗੀ ਮੈਨੂੰ, ਡਾਇਬਟੀਜ਼ ਦਾ ਵੀ ਮੈਂ ਹੁਣ ਪਤਾ ਬਹੁਤ ਜ਼ਿਆਦਾ, ਹੁਣ ਮੈਂ ਸਿਰਫ ਫਰੂਟ ਤੇ ਉਹਦੇ 'ਤੇ ਹੈ, ਸੈਲਡ 'ਤੇ ਹੈ, ਮੈਂ ਫਰੂਟ ਐਂਡ ਸੈਲਡ ਹੀ ਖਾਂਦੀ ਹਾਂ ਮੈਂ ਜ਼ਿਆਦਾ। ਰੋਟੀ ਜਿਹੜੀ ਹੈ ਕਣਕ ਹੈ, ਮਿੱਠਾ ਹੈ, ਚਿੱਟੀ ਸ਼ੂਗਰ ਹੈ, ਚਿੱਟੀ ਮਤਲਬ ਜਿੰਨਾ ਵੀ ਸਫੇਦ ਮੈਦਾ ਹੈ, ਇਹ ਸਾਰੇ ਕਿਲਰ ਨੇ। ਇੱਕ ਅੱਧਾ ਸਾਲ ਸਾਡੀ ਸਰਕਾਰ ਸਾਨੂੰ, ਸਾਡੇ ਕਿਸਾਨਾਂ ਨੂੰ ਸਪੋਰਟ ਕਰੇ, ਤੇ ਸਾਡੇ ਜਿਹੜੇ ਸਾਡੇ ਕਿਸਾਨ ਵੀਰ ਨੇ ਪੰਜਾਬ 'ਚ, ਉੱਦਾਂ ਦੀ ਪੂਰੀ ਕਿਸਾਨੀ ਦੁਨੀਆ 'ਚ ਨਹੀਂ ਹੈ, ਪੂਰੀ ਦੁਨੀਆ 'ਚ ਨਹੀਂ ਹੈ, ਠੀਕ ਹੈ। ਅਸੀਂ ਅੱਜ ਤੁਸੀਂ ਦੇਖ ਹੀ ਲਿਆ, ਉੱਥੇ ਵੀ ਦੇਖ ਹੀ ਲਿਆ, ਬਾਰਡਰਾਂ 'ਤੇ ਵੀ ਜੋ ਕਿਸਾਨ ਕਰ ਸਕਦੇ ਉਹਨਾਂ ਦੀ ਪਾਵਰ ਕਿੰਨੀ ਹੈ। ਸੋ ਇੰਨੀ ਪਾਵਰ ਹੀ ਹੈ ਸਾਡੇ ਜੱਟਾਂ 'ਚ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਚਾਚਾ ਚਤਰੇ ਨੂੰ ਤੁਹਾਨੂੰ ਫੇਰ ਇੱਕ ਰਿਕੁਐਸਟ ਕਰਨੀ ਚਾਹੀਦੀ ਹੈ, ਸਿਹਤ ਦੇ ਉੱਤੇ ਛਣਕਾਟਾ ਬਣਾਉਣਾ ਚਾਹੀਦਾ? ਛਣਕਾਟਾ ਸਿਹਤ 'ਤੇ ਤਾਂ ਮੈਨੂੰ ਨਹੀਂ ਪਤਾ, ਕਿਉਂਕਿ ਖੁਦ ਵੀ ਉਹ ਥੋੜ੍ਹੇ ਬਿਮਾਰ ਹੀ ਰਹਿੰਦੇ ਸੀਗੇ, ਚਾਚਾ ਜੀ ਹੁਣੇ ਵੀ। ਮੈਂ ਤਾਂ ਟਾਈਮਲੀ ਉਹਨਾਂ ਨੂੰ ਵੀ ਮੈਸੇਜ ਦਿੰਦੀ ਰਹਿੰਦੀ ਹਾਂ ਵੀ ਭਾਈ ਡਾਇਬਟੀਜ਼ ਹੈ ਜਾਂ ਜਿਹੜੀ ਬਲੱਡ ਪ੍ਰੈਸ਼ਰ ਹੈ, ਉਹਦੀ ਮੈਂ ਪਹਿਲਾਂ ਹੀ ਜਿਹੜੇ ਬੰਦਿਆਂ ਨੂੰ ਹਾਲੇ ਬਲੱਡ ਪ੍ਰੈਸ਼ਰ ਸ਼ੁਰੂ ਹੋਇਆ, ਜਾਂ ਜਿਹੜਾ ਬਲੱਡ ਪ੍ਰੈਸ਼ਰ 100 ਦੇ 120 ਦੀ ਕਹਿੰਦੇ ਨਾ ਰੇਸ਼ੋ ਲਾਸਟ ਹੈ, 120 ਤੋਂ ਉੱਪਰ ਹੈ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਜਾਂ ਡਾਇਬਟੀਜ਼, ਉਹ ਨਹੀਂ ਹੈ।
ਜੇ ਤੁਸੀਂ ਮਤਲਬ 120 ਤੋਂ ਉੱਪਰ ਵੀ ਚਲੇ ਜਾਣਾ, ਮਤਲਬ ਇਹ ਨਹੀਂ ਹੈ, ਉਮਰ ਦੇ ਹਿਸਾਬ ਨਾਲ ਤੁਹਾਡੀ ਸ਼ੂਗਰ ਤੇ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ 100 ਤੇ ਉੱਪਰ ਤੁਹਾਡੀ ਉਮਰ ਉਹਨਾਂ ਕੁ ਨਾਰਮਲ ਹੈ। ਪਰ ਕਈ ਲੋਕੀ ਫਿਰ ਉੱਥੋਂ ਹੀ ਤੁਸੀਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਬੈਕ ਆਊਟ ਕਰ ਦੋਗੇ, ਤੁਸੀਂ ਨਾਰਮਲ ਆ ਜਾਓਗੇ, ਮੈਡੀਸਨ ਨਾ ਖਾਓ। ਮੇਰੀ ਤਾਂ ਇਹ ਹੈ ਵੀ ਜੇ ਤੁਹਾਡਾ 150 ਪਹੁੰਚ ਗਿਆ, ਤੁਸੀਂ ਨਾਰਮਲ ਆਪਣਾ ਖਾਣਾ ਸ਼ੁਰੂ ਕਰੋ, ਥੋੜੇ ਫਰੂਟ ਤੇ ਵੈਜੀਟੇਬਲਸ ਤੇ ਆ ਜਾਓ, ਉਹ ਪਿੱਛੇ ਚਲੇ ਜਾਓ ਥੋੜ੍ਹਾ ਜਿਹਾ, ਤੇ ਮੇਰੇ ਹਿਸਾਬ ਨਾਲ ਤੁਸੀਂ ਆਪੇ ਹੀ ਕੰਟਰੋਲ ਕਰ ਲੈਣਾ ਹੈ। ਉਹਦੀ ਕੰਟਰੋਲ ਦੀ ਲੋੜ ਨਹੀਂ। ਜਦੋਂ ਤੁਹਾਨੂੰ ਮੈਡੀਸਨ ਲੱਗ ਗਈ ਐਲੋਪੈਥੀ, ਸਮਝੋ ਤੁਹਾਡੀ ਡੈਡ ਸ਼ੋਰ ਤੁਹਾਨੂੰ ਲੱਗ ਗਈ ਸ਼ੂਗਰ, ਲੱਗ ਗਈ ਤੁਹਾਨੂੰ ਬੀਪੀ ਦੀ ਗੋਲੀ। ਸੋ ਅਸੀਂ ਉਹਦਾ ਬਚਾਉਣ ਦੀ ਹਮੇਸ਼ਾ ਹੀ ਉਹਦਾ ਬਚਾਓ ਵਾਸਤੇ ਸਾਨੂੰ ਹੁੰਦਾ ਵੀ ਹਾਂ ਜੀ। ਪਰ ਮੈਮ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਪੂਰੀ ਦੁਨੀਆ 'ਚ, ਤੁਹਾਨੂੰ ਫੋਲੋ ਵੀ ਕਰਦੇ ਨੇ ਲੋਕ, ਤੁਹਾਨੂੰ ਵੇਖਦੇ ਵੀ ਨੇ, ਤੁਹਾਡੀ ਡਾਈਟ ਕੀ ਰਹਿੰਦੀ ਹੈ? ਮਤਲਬ ਪਹਿਲਾਂ ਨਾਲੋਂ ਜਿਹੜੇ ਤੁਸੀਂ ਹੋਰ ਜ਼ਿਆਦਾ ਜਵਾਨ ਕਿਵੇਂ ਹੋ ਰਹੇ ਹੋ? ਮੈਂ ਤੁਹਾਨੂੰ ਦੱਸ ਰਹੀ ਹਾਂ, ਇੱਕ ਤਾਂ ਮੈਂ 100 ਕੱਪ 100 ਕੱਪ ਵੀ ਸ਼ੂਟਿੰਗਾਂ ਤੇ ਚਾਹ ਪੀਤੀ ਹੈ। ਮੈਂ ਜਦੋਂ, ਮੈਨੂੰ ਲਿਖਣ ਦਾ ਵੀ ਸ਼ੌਂਕ ਹੈ ਕਾਲਜ ਟਾਈਮ ਤੋਂ, ਮੈਂ ਜਦੋਂ ਲਿਖਦੀ ਵੀ ਸੀ ਆਪਣੇ ਮਤਲਬ ਕਾਲਜ ਦੇ ਕੈਂਟੀਨ 'ਚ ਬਹਿ ਕੇ ਲਿਖਣਾ ਹੈ ਕੁਛ, ਜਾਂ ਅੱਜ ਅਸੀਂ ਕੋਈ ਡੈਕਲੇਮੇਸ਼ਨ ਕੰਟੈਸਟ ਕਰਨਾ ਜਾਂ ਕੁਛ ਪੋਲੀਟੀਕਲ ਉਹਦੇ 'ਚ ਲੈਵਲ 'ਤੇ ਕੁਛ ਬੋਲਣਾ, ਅਤੇ ਮੈਂ NSUI ਦੀ ਪ੍ਰੈਜ਼ੀਡੈਂਟ ਰਹੀ ਹਾਂ ਆਪਣੇ ਸਕੂਲ ਕਾਲਜ ਲੈਵਲ 'ਤੇ, ਹੈ ਨਾ। ਅਤੇ ਮਤਲਬ ਮੇਰਾ ਕਹਿਣ ਦਾ ਮਤਲਬ ਕਿ ਉਸ ਟਾਈਮ ਮੈਂ ਇੰਨੀ ਚਾਹ ਦੀ ਐਡਿਕਸ਼ਨ ਲਾ ਲਈ ਸੀ ਆਪਣੇ ਆਪ ਨੂੰ ਕਿ ਮੈਂ 24 25 ਕੱਪ ਚਾਹ ਘੰਟੇ 'ਚ ਹੀ ਪੀ ਜਾਣੇ। ਮੈਨੂੰ ਐਂ ਲੱਗਣਾ ਜਿੱਦਾਂ ਹੁਣ ਸ਼ਰਾਬੀ ਨਹੀਂ ਆਪਣੇ ਇੱਕ ਵੀ ਦੋ ਮਤਲਬ ਆਪਣਾ 2-4 ਪੈਗ ਤੋਂ ਪੀਤੇ ਬਗੈਰ ਉਹਨਾਂ ਨੂੰ ਕੋਈ ਦਿਮਾਗ ਹੀ ਨਹੀਂ ਚੱਲਦਾ, ਉਹਦਾ ਮੇਰਾ 4-5 ਕੱਪ ਤੋਂ ਬਾਅਦ ਦਿਮਾਗ ਚੱਲਣਾ ਸ਼ੁਰੂ ਹੁੰਦਾ ਸੀ। ਅਤੇ ਹੁਣ ਮੈਂ ਬਿਲਕੁਲ ਚਾਹ ਨਹੀਂ ਪੀਂਦੀ, ਬਿਲਕੁਲ। ਮੈਂ ਮਤਲਬ ਮੈਮ ਮਾਫ ਕਰਨਾ, ਸਾਡੇ ਤੇ ਪੰਜਾਬ ਦੇ ਵਿੱਚ ਅੱਖ ਹੀ ਚਾਹ ਨਾਲ ਖੁੱਲਦੇ, ਕਹਿੰਦੇ ਜੀ ਸਾਡੀ ਤਾਂ ਅੱਖ ਹੀ ਨਹੀਂ ਖੁੱਲਦੀ ਸਾਡੇ ਤੇ ਜਦ ਤੱਕ ਚਾਹ ਨਾ ਪੀਏ। ਬਿਲਕੁਲ ਮੇਰੀ ਖੁਦ ਦੀ ਮੈਨੂੰ ਤਾਂ ਉਸ ਤੋਂ ਵੀ ਉੱਤੇ ਦਾ ਸੀਗਾ ਐਬ। ਮੈਨੂੰ ਲੱਗਦਾ ਸੀਗਾ ਕਿ ਮੇਰਾ ਸਟਮਕ ਹੀ ਨਹੀਂ ਕਲੀਅਰ ਹੋ ਸਕਦਾ ਜਦ ਤੱਕ ਮੈਂ ਚਾਹ ਨਾ ਪੀਵਾਂ। ਅਤੇ ਮੈਂ ਲੰਡਨ ਜਾ ਕੇ ਵੀ ਨਾ ਥੋੜ੍ਹੇ ਕੁ ਦਿਨ 2-3 ਮਹੀਨੇ ਆਪਣੇ ਹਸਬੈਂਡ ਨੂੰ ਇੱਦਾਂ ਹੀ ਬਲੈਕ ਕਰਦੀ ਰਹੀ, ਬਲੈਕਮੇਲ ਕੇ ਮੈਂ ਤਾਂ ਜੀ ਜੇ ਚਾਹ ਨਹੀਂ ਪੀਤੀ ਤਾਂ ਮੈਨੂੰ ਤਾਂ ਜੀ ਪੋਟੀ ਨਹੀਂ ਆਉਣੀ, ਹੈ ਨਾ। ਉਹਨਾਂ ਨੇ ਕਹਿਣਾ ਅੱਛਾ, ਮੈਂ 2-3 ਦਿਨ ਨਾ ਮੈਨੂੰ ਜਾਣਾ ਹੀ ਨਹੀਂ। ਮੈਨੂੰ ਹੁੰਦਾ ਸੀ ਇਸ ਤਰ੍ਹਾਂ ਕੌਨਸਟੀਪੇਸ਼ਨ ਨਾ, ਕੌਨਸਟੀਪੇਟਡ ਹੋ ਗਈ ਮੈਂ। ਪਰ ਨਹੀਂ, ਦੈਟਸ ਆਲ ਯੂਅਰ ਮਾਈਂਡ ਸੈਟ। ਮੈਂ ਉਸੇ ਨੂੰ ਫਿਰ ਕਨਵਰਟ ਕੀਤਾ, ਗ੍ਰੀਨ ਟੀ ਪੀਤਾ, ਫਿਰ ਹੌਲੀ ਹੌਲੀ ਕਰਕੇ ਗ੍ਰੀਨ ਟੀ ਤੋਂ ਮੈਂ ਹੁਣ ਤਾਂ ਬਿਲਕੁਲ ਹੀ ਨਹੀਂ ਪੀਂਦੀ। ਗ੍ਰੀਨ ਟੀ ਵੀ ਮੈਨੂੰ ਐਂ ਲੱਗਦੀ ਵੀ ਕੌੜੀ ਜੀ ਦਾ ਪਾਣੀ ਦਾ ਕੀ ਪੀਣਾ, ਹੈ ਨਾ। ਗ੍ਰੀਨ ਟੀ 'ਚ ਵੀ ਟੀ ਹੈ। ਹੁਣ ਮੈਂ ਕੀ ਕੀਤੀ, ਆਪਣੀ ਚਾਹ ਬਣਾਈ ਹੈ, ਇੱਕ ਆਪਣੀ ਚਾਹ, ਸੈਲਫ ਕ੍ਰੀਏਟਡ ਟੀ। ਮੈਂ ਥੋੜ੍ਹੇ ਜਿਹੇ ਮੇਥਰੇ, ਹੈ ਨਾ, ਮੇਥੇ ਜਿਹੜੀ ਆਪਾਂ ਆਮ ਰੂਟੀਨ ਆਪਣੇ ਰਸੋਈਆਂ 'ਚ ਵੀ ਮਿਲ ਜਾਂਦੇ, ਮੇਥਰੇ ਵੀ, ਯੈਲੋ ਮੇਥਰੇ, ਸੁੱਕੇ ਮੇਥਰੇ, ਥੋੜ੍ਹੇ ਜਿਹੇ ਮੇਥਰੇ, ਅਤੇ ਥੋੜ੍ਹੀ ਜਿਹੀ ਮੈਂ ਅਜਵਾਇਣ, ਥੋੜ੍ਹੀ ਜਿਹੀ ਸੌਂਫ, ਉਹਨਾਂ ਨੂੰ ਮੈਂ ਦਰੜ ਫਰੜ ਕਰਕੇ ਕੁੱਟ ਕੇ ਜੇ, ਅਤੇ ਉਹਨਾਂ ਨੂੰ ਮੈਂ ਰੱਖਿਆ ਹੋਇਆ ਇੱਕ ਉਹਦੇ 'ਚ ਪਾ ਕੇ, ਉਹ ਮੈਂ ਪਾ ਲੈਣੀ ਕੱਪ 'ਚ, ਅੱਧਾ ਕੁ ਚਮਚ ਉੱਤੋਂ ਉਬਲਦਾ ਗਰਮ ਪਾਣੀ ਪਾ ਲੈਣਾ, ਮੈਂ ਉਹੀ ਪੀਂਦੀ ਹਾਂ। ਨਾਲੇ ਇੱਕ ਤਾਂ ਥੋੜ੍ਹੀ ਵਾਈ ਵਾਦੀ ਜਿਹੜੀ ਮਾੜੀ ਮੋਟੀ ਆਈ ਹੁੰਦੀ ਹੈ ਸਰੀਰ 'ਚ, ਉਹ ਚੱਕੀ ਜਾਂਦੀ ਹੈ, ਨਾਲੇ ਤੁਸੀਂ ਫੁੱਲ ਵਰਗੇ ਰਹਿੰਦੇ ਆ, ਅਤੇ ਨਾਲ ਸੈਲਫ ਮੇਨਟੇਨੈਂਸ ਵੀ ਬਹੁਤ ਜ਼ਰੂਰੀ ਹੈ। ਫਿਰ ਫਰੂਟ, ਜਿੰਨੇ ਕਲਰ ਦੇ ਫਰੂਟ ਹੈ ਮੈਂ ਸਾਰੇ ਖਾਂਦੀ ਹਾਂ। ਮੈਨੂੰ ਪਹਿਲਾਂ ਸ਼ੂਗਰ 'ਚ ਜੀ ਆਹ ਨਹੀਂ ਫਰੂਟ ਖਾਣਾ, ਉਹ ਨਹੀਂ ਫਰੂਟ ਖਾਣਾ, ਮੈਂ ਸਾਰੇ ਖਾਂਦੀ ਹਾਂ, ਹੁਣ ਫਰੂਟ ਵੀ ਖਾਂਦੀ ਹਾਂ। ਫਿਰ ਉਸ ਤੋਂ ਬਾਅਦ ਕੀ ਕਹਿੰਦੇ ਤੁਸੀਂ, ਫਰੂਟ ਤੋਂ ਇਲਾਵਾ ਵੈਜੀਟੇਬਲਸ, ਜਿੰਨੀਆਂ ਵੈਜੀਟੇਬਲਸ ਆ ਉਹ ਖਾਓ। ਅਤੇ ਸੂਰਜ, ਪਹਿਲਾਂ ਸਾਡੇ ਨਾ ਜੱਟਾਂ ਦੇ ਘਰਾਂ 'ਚ ਹੁੰਦੇ ਸੀਗੇ ਵੀ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇੱਕ ਤੁਸੀਂ ਮਤਲਬ ਪਾਣੀ ਤੱਤਾ ਜਾਂ ਦੁੱਧ ਜਾਂ ਚਾਹ ਪੀਂਦੇ ਸੀ, ਅਤੇ 7 ਵਜੇ ਤੁਸੀਂ ਨਾਸ਼ਤਾ ਕਰ ਲੈਂਦੇ ਸੀ। ਸੂਰਜ ਦੀ ਪਹਿਲੀ ਕਿਰਨ ਆਈ ਅਤੇ ਨਾਸ਼ਤਾ ਕਰ ਲਿਆ, ਹੈ ਨਾ। ਅਤੇ ਪਹਿਲਾਂ ਹੁੰਦੇ ਸੀ ਵੀ ਨਾਸ਼ਤਾ ਹੈ ਜੀ, ਲੋਡੇ ਵਾਲੀ ਚਾਹ ਹੈ, ਫਲਾਣੇ ਵਾਲੀ ਹੈ। ਅਤੇ ਮੈਂ ਦੇਖਦੀ ਹੁੰਦੀ ਸੀ ਛੁੱਟੀਆਂ 'ਚ ਜਾ ਕੇ ਪਿੰਡੋਂ, ਜਦ ਕਿ ਮੈਂ ਫੋਰਨ ਬੋਰਨ ਹਾਂ, ਮੈਂ ਇੰਡੋਨੇਸ਼ੀਅਨ ਬੋਰਨ ਹਾਂ। ਅਸੀਂ ਛੁੱਟੀਆਂ 'ਚ ਜਾਣਾ, ਸਾਨੂੰ 7 ਵਜੇ ਉਹਨਾਂ ਨੇ ਨਹੀਂ ਬੈੱਡਾਂ ਤੋਂ ਠਾ ਕੇ ਦਾਦੀ ਨੇ ਵੀ ਉੱਠੋ ਸਾਰਿਆਂ ਨੇ ਨਾਸ਼ਤਾ ਕਰਨਾ। ਅਸੀਂ ਕਹਿਣਾ ਵੀ ਕਿੱਥੇ ਫਸ ਗਏ ਨਾ, 7 ਵਜੇ ਨਾਸ਼ਤਾ ਖਵਾਉਣ ਲੱਗ ਜਾਂਦੇ ਆ। ਪਰ ਦੈਟ ਵਾਜ਼ ਦ ਰਾਈਟ ਐਂਡ ਕਰੈਕਟ ਟਾਈਮ। ਹੁਣ ਸਾਨੂੰ ਯਾਦ ਆਉਂਦਾ ਵੀ ਉਹ ਸਹੀ ਟਾਈਮ ਸੀਗਾ। 7 ਵਜੇ ਸਵੇਰੇ ਜਿਹੜੇ ਨਾਸ਼ਤਾ ਕਰ ਲਿਆ, ਉਸ ਤੋਂ ਬਾਅਦ ਤੁਸੀਂ 12-1 ਵਜੇ ਆਪਣਾ ਲੰਚ ਕਰ ਲਿਆ, ਹੈ ਨਾ, ਜਿਨ੍ਹਾਂ ਨੂੰ ਆਦਤ ਹੈ 3 ਮੀਲ ਦੀ। ਫਿਰ 5-6 ਵਜੇ ਤੁਸੀਂ ਆਪਣਾ ਡਿਨਰ ਕਰ ਲਿਆ, 3 ਮੀਲ ਦੀ। ਜਿਨਾ ਮੈਂ ਤਾਂ ਕਹਿੰਦੀ 2 ਮੀਲ, ਪਹਿਲਾਂ ਮਾਲਵੇ ਦੇ ਵਿੱਚ 2 ਹੀ ਮੀਲ ਚੱਲਦੇ ਸੀ, ਇੱਕ ਸਵੇਰੇ ਨਾਸ਼ਤਾ, ਸ਼ਾਮ ਨੂੰ 5 ਵਜੇ ਤੁਹਾਡਾ ਡਿਨਰ, ਉਸ ਤੋਂ ਬਾਅਦ ਸੌਂ ਜਾਓ। ਫਿਰ ਬਾਤਾਂ ਪਾਉਣੀਆਂ ਜੀ, ਹੈ ਨਾ, ਤੁਸੀਂ ਰਾਤ ਨੂੰ ਦੁੱਧ ਦਾ ਗਲਾਸ ਗੁੜ ਨਾਲ ਖਾ ਲਿਆ। ਉਹ ਮਤਲਬ ਦੈਟ ਵਾਜ਼ ਵੰਡਰਫੁਲ ਡੇਜ਼। ਅਤੇ ਵਿੱਚ ਤੁਹਾਨੂੰ ਭੁੱਖ ਲੱਗਦੀ ਹੈ, ਤੁਸੀਂ ਛੋਲੇ ਚੱਬ ਲਏ, ਤੁਸੀਂ ਦਾਣੇ ਮੁਰਮੁਰੇ ਚੱਬ ਲਏ। ਮੁਰਮੁਰੇ ਮਤਲਬ ਜਿਹੜੇ ਉਹ ਬਣੇ ਨਹੀਂ ਸੀ ਹੁੰਦੇ, ਉਹ ਪੋਪਕੋਰਨ ਨਹੀਂ ਸੀ ਬਣੇ ਹੁੰਦੇ, ਹੈ ਨਾ, ਮੱਕੀ ਦੇ ਮੁਰਮੁਰੇ ਕਹਿੰਦੇ ਸੀ ਉਹਨੂੰ। ਉਹ ਖਿਲਦੇ ਨਹੀਂ, ਉਹ ਕਿੰਨੇ ਮਜ਼ੇਦਾਰ ਹੁੰਦੇ ਸੀ। ਦੰਦ ਤੁਹਾਡੇ ਤੰਦਰੁਸਤ ਰਹਿੰਦੇ ਸੀ, ਕਿੱਦਾਂ ਕਈ ਚੀਜ਼ਾਂ, ਮਸੂੜੇ ਦੰਦ, ਹੈ ਨਾ, ਸਾਰਾ ਕੁਛ। ਹੁਣ ਤਾਂ ਸਾਰੀ ਫੇਕ ਜੀ ਦੁਨੀਆ ਹੋ ਗਈ। ਪਰ ਲੇਟ ਸਮਝ ਆਉਂਦਾ ਕਈ ਵਾਰੀ, ਮੈਨੂੰ ਵੀ ਲੇਟ ਸਮਝ ਆਇਆ। ਤੁਹਾਨੂੰ ਸਾਰਿਆਂ ਨੂੰ ਮੈਂ ਇੱਕੋ ਹੀ ਰਿਕੁਐਸਟ ਕਰੂੰਗੀ ਕਿ ਛੇਤੀ ਨੈਚੁਰਲ ਪੈਥ,
ਐਕੂਪ੍ਰੈਸ਼ਰ ਔਰ ਰਿਫਲੈਕਸੋਲੋਜੀ, ਜਿੰਨੀਆਂ ਨੇਚਰ ਨਾਲ ਜੁੜੀਆਂ ਚੀਜ਼ਾਂ ਉਹਨੂੰ ਅਪਣਾਓ, ਉਹਦੇ ਨਾਲ ਜੁੜੋ। ਬਸ ਇਹ ਮੇਰਾ ਸਾਰੀ ਦੁਨੀਆ ਨੂੰ ਮੈਸੇਜ ਹੈ ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਆਪਣੀ ਤਜਰਬਾ ਔਰ ਆਪਣੀ ਜ਼ਿੰਦਗੀ ਦੇ ਬੜੇ ਅਹਿਮ ਪਲ ਤੁਸੀਂ ਹਕੀਕਤ ਟੀਵੀ ਨਾਲ ਸਾਂਝੇ ਕੀਤੇ ਨੇ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਵੀ ਸ਼ੁਕਰੀਆ। ਔਰ ਮੈਂ ਹੁਣ ਦੁਬਾਰਾ ਕਹਿੰਦੀ ਹਾਂ ਕਿ ਇਹ ਫਰੂਕੀ ਜੀ ਵੀ ਬੜੇ ਬਾਕਮਾਲ ਬੰਦੇ ਨੇ, ਸੋ ਮੈਂ ਤੁਹਾਡੀ ਵੀ ਬੜੀ ਫੈਨ ਆ, ਤੇ ਰੱਬ ਤੁਹਾਨੂੰ ਇਦਾਂ ਹੀ ਤੰਦਰੁਸਤੀ ਦੇਵੇ। ਅੱਧੇ ਡਾਕਟਰ ਮੈਨੂੰ ਲੱਗਦਾ ਤੁਸੀਂ ਡਾਕਟਰ ਨਾਲ ਗੱਲ ਕਰਕੇ ਬਣ ਗਏ, ਕਿਉਂਕਿ ਤੁਸੀਂ ਮੈਨੂੰ ਵਿੱਚ ਕਹਿ ਰਹੇ ਸੀ ਹਾਂਜੀ ਹਾਂਜੀ, ਸੋ ਮੈਨੂੰ ਲੱਗਿਆ ਵੀ ਤੁਸੀਂ ਵੀ ਅੱਧੇ ਡਾਕਟਰ ਬਣ ਗਏ। ਜੀ ਜੀ ਜੀ, ਉਹ ਤਜਰਬਾ ਹੁੰਦਾ ਰਹਿੰਦਾ ਮੈਮ, ਫਿਰ ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਨਿਕਲਦੀਆਂ ਨੇ, ਕਿਉਂਕਿ ਅਸੀਂ ਕੁਦਰਤ ਦੇ ਬੱਚੇ ਹਾਂ, ਜਦੋਂ ਤੱਕ ਕੁਦਰਤ ਦੀਆਂ ਗੱਲਾਂ ਅਸੀਂ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਕਾਮਯਾਬੀ ਨਹੀਂ। ਮੈਂ ਹੁਣ ਵੀ ਇੱਕ ਬਾਬਾ ਜੀ ਸੌਰੀ, ਮੈਂ ਮਤਲਬ ਮੈਸੇਜ ਤੋਂ ਬਾਅਦ ਵੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਕਿਉਂਕਿ ਮੇਰਾ ਤੁਹਾਡੇ ਨਾਲ ਗੱਲ ਕਰਨ ਨੂੰ ਵੀ ਜੀ ਕਰਦਾ। ਜਦੋਂ ਅਸੀਂ ਮਿੱਟੀ ਨਾਲ ਜੁੜਦੇ ਹਾਂ ਨਾ, ਹੁਣ ਇੱਕ ਬਾਬਾ ਜੀ ਸੀਗੇ, ਅਸੀਂ ਪਿੰਡਾਂ 'ਚ ਰਹਿ ਕੇ ਵੀ ਲੈਦਰ ਪਲਾਸਟਿਕ ਬੂਟ ਵਗੈਰਾ ਪਾਉਣ ਲੱਗੇ, ਅਸੀਂ ਖੁਦ ਵੀ ਪਾਉਣੇ, ਮੈਂ ਵੀ ਪਾਉਣੀ ਆ। ਹੋ ਹੁੰਦਾ ਜਦੋਂ ਤੁਸੀਂ ਕਿਤੇ ਜਾਣਾ ਪਾਓ, ਪਰ ਜਦੋਂ ਤੁਸੀਂ ਖੇਤਾਂ 'ਚ ਜਾਂ ਮਿੱਟੀ 'ਚ ਰਹਿ ਕੇ ਮਿੱਟੀ ਦੇ ਨਾਲ ਮਿੱਟੀ ਹੁੰਦੇ ਆ, ਜਾਂ ਪੈਰ ਤੁਹਾਡੇ ਮਿੱਟੀ 'ਚ ਹੁੰਦੇ ਆ, ਮੈਂ ਕਹਿੰਦੀ ਮਿੱਟੀ 'ਚੋਂ ਤੁਹਾਨੂੰ ਹਜ਼ਾਰਾਂ ਤੱਤ ਜੇ ਬੋਡੀ ਲਈ ਮਿਲਦੇ ਆ, ਜਿਹੜੇ ਕਿ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਿਆਦਾ ਜ਼ਰੂਰੀ ਨੇ। ਮੈਂ ਉੱਥੇ ਲੰਡਨ 'ਚ ਆਪਣੇ ਘਰ 'ਚ ਮੇਰੇ ਘਰ ਦੇ ਨਾ ਸਾਡਾ ਕਾਰਨਰ ਦਾ ਪਲਾਟ ਹੈ, ਤੇ ਕਾਫੀ ਜਗ੍ਹਾ ਹੈ ਸਾਡੇ ਕੋਲ, ਬੜੇ ਵੱਡੇ ਲਾਨ ਮੇਰੇ ਹਸਬੈਂਡ ਦੇ ਘਰ ਦੇ ਨਾਲ ਹੈਗਾ। ਤੇ ਮੈਂ ਉੱਥੇ ਆਪਣੇ ਹਸਬੈਂਡ ਨੂੰ ਕਿਹਾ ਹੋਇਆ ਕਿ ਮੈਂ ਆਪਣੇ ਪੇਸ਼ੈਂਟ ਵਾਸਤੇ ਜਿਹੜੀ ਮੈਂ ਕਲੀਨਿਕ ਬਣਾਉਣੀ ਆ, ਉਹਦੇ ਵਾਸਤੇ ਮੈਨੂੰ ਇੱਕ ਰੋੜੀ ਦੀ, ਇੱਕ ਮਿੱਟੀ ਦੀ, ਇੱਦਾਂ ਕਿਆਰੀਆਂ ਬਣਾ ਕੇ ਦੇਣੀਆਂ, ਤੇ ਤਾਂ ਕਿ ਮੈਂ ਆਪਣੇ ਪੇਸ਼ੈਂਟਾਂ ਨੂੰ ਚਲਾਇਆ ਕਰਾਂ, ਮਿੱਟੀ 'ਤੇ ਚਲਾਇਆ ਕਰਾਂ, ਰੋੜੀਆਂ 'ਤੇ ਚਲਾਇਆ ਕਰਾਂ। ਜਦੋਂ ਰੋੜੇ ਤੁਹਾਡੇ ਪੈਰਾਂ 'ਚ, ਪਹਿਲਾਂ ਦੇਖੋ ਅਸੀਂ ਖੇਤਾਂ 'ਚ ਜਾਂਦੇ ਸੀ, ਸਾਡੇ ਸੂਲਾਂ ਚੁੱਭਦੀਆਂ ਹੁੰਦੀਆਂ ਸੀ, ਕੰਡੇ ਚੁੱਭਦੇ ਸੀ, ਉਹ ਜਦੋਂ ਨਿਕਲਦੇ ਸੀ ਉਸ ਤੋਂ ਬਾਅਦ ਉਹ ਕਿੰਨੇ ਪ੍ਰੈਸ਼ਰ ਪੁਆਇੰਟ ਤੁਹਾਡੇ ਦੱਬ ਜਾਂਦੇ ਸੀ। ਉਹ ਸੂਲ ਦੇ ਵਿੱਚ ਵੀ ਆ ਜਿਹੜਾ ਭਾਖੜਾ ਖਾਂਦੇ ਅਸੀਂ, ਭਾਖੜਾ ਖਾਂਦੇ ਆ ਨਾ ਅਸੀਂ, ਹੁਣ ਭਾਖੜਾ ਤੁਸੀਂ ਦਵਾਈਆਂ 'ਚ ਪਾ ਖਾਂਦੇ ਆ, ਉਸ ਟਾਈਮ ਸਾਡੇ ਪੈਰਾਂ 'ਚ ਹੀ ਭਾਖੜਾ ਚਿੰਬੜ ਜਾਂਦਾ ਸੀ। ਅਸੀਂ ਘਰੇ ਆ ਕੇ ਕੱਪੜਿਆਂ ਤੋਂ ਭਾਖੜਾ ਲਾਉਣਾ, ਸਾਡੇ ਚਿੰਬੜ ਜਾਂਦਾ ਸੀਗਾ, ਭਾਖੜਾ ਸਾਡੇ ਪੈਰਾਂ 'ਚ ਚਿੰਬੜ ਜਾਂਦਾ ਸੀ। ਉਹਦੇ ਜਿਹੜੇ ਤੱਤ ਸਾਡੇ ਪੈਰਾਂ 'ਚ ਚਲੇ ਜਾਂਦੇ ਸੀ ਨਾ, ਉਹਦੇ ਵਰਗੀ ਰੀਸ ਹੀ ਨਹੀਂ ਸੀ, ਨੇਚਰ ਸੀਗੀ ਉਹਦੇ 'ਚ। ਤੁੱਕੇ ਆ ਕਿੱਕਰ ਨੂੰ, ਹੁਣ ਬੱਚਿਆਂ ਨੂੰ ਅੱਜ ਕੱਲ੍ਹ ਕਿੱਕਰ ਨਹੀਂ ਪਤਾ, ਤੁੱਕੇ ਨਹੀਂ ਪਤਾ, ਨਮੋਲੀਆਂ ਨਹੀਂ ਪਤਾ, ਹੈ ਨਾ। ਅਸੀਂ ਨਮੋਲੀਆਂ ਖਾਧੀਆਂ ਹੋਈਆਂ ਪਿੰਡਾਂ 'ਚ, ਨਮੋਲੀਆਂ ਖਾਧੀਆਂ ਹੋਈਆਂ, ਫਿਰ ਸੰਘਾੜੇ ਦੂਜੇ, ਮਤਲਬ ਇੰਨੀਆਂ ਚੀਜ਼ਾਂ, ਨਸੂੜੇ ਤੁਸੀਂ ਚਲੇ ਜਾਓ, ਹੁਣ ਸਿਰਫ ਤੁਹਾਨੂੰ ਇੱਧਰ ਹਿਮਾਚਲ 'ਚ ਮਿਲਣਗੇ। ਹਿਮਾਚਲੀ ਉਹਦਾ ਬਹੁਤ ਜ਼ਿਆਦਾ ਵਧੀਆ ਉਪਯੋਗ ਕਰਦੇ ਨਸੂੜਿਆਂ ਦਾ। ਨਸੂੜੇ ਇੱਦਾਂ ਦੀ ਚੀਜ਼ ਹੈ ਕਿ ਤੁਸੀਂ ਕੱਚਾ ਖਾ ਲਓ ਉਹਦਾ, ਤਾਂ ਪੱਕਾ ਖਾ ਲਓ ਨਾ ਮਿੱਠਾ। ਉਹ ਸ਼ਹਿਤੂਤ ਹੋ ਗਿਆ, ਕਿੱਥੇ ਹੁਣ ਜਾਮਣ ਹੋ ਗਈ, ਬੱਚੇ ਖਾਂਦੇ ਨਹੀਂ ਇਹ ਚੀਜ਼ਾਂ। ਉਹਨਾਂ ਨੂੰ ਮਤਲਬ ਇਹ ਬੇਰੀਆਂ, ਇਹ ਸਾਡੀਆਂ ਨੈਚੁਰਲ ਬੇਰੀਆਂ ਸੀਗੀਆਂ, ਸ਼ਹਿਤੂਤ ਸਾਡੀ ਨੈਚੁਰਲ ਬੇਰੀ ਸੀ। ਹੁਣ ਉਹ ਫੋਰਨ ਦੀਆਂ ਬੇਰੀਜ਼ ਦੇ ਕਿੰਨੀਆਂ ਦਵਾਈਆਂ ਬਣ ਗਈਆਂ, ਉਹ ਖਾ ਲੈਣਗੇ ਲੋਕ। ਕੰਨ ਨਾ ਸਾਡੇ ਐਂ ਫੜਨ ਨੂੰ ਕਹਿੰਦੇ ਸੀ ਲੋਕ, ਹੁਣ ਅਸੀਂ ਐਂ ਫੜਦੇ ਹਾਂ, ਪਰ ਉਹ ਜਿਹੜਾ ਆ ਪੈਂਡਾ ਵੀ ਕੀਤਾ ਤੇ ਪਲੱਸ ਪੈਸੇ ਵੀ ਦਿੱਤੇ, ਉੱਦਾਂ ਲੋਕਾਂ ਨੂੰ ਜ਼ਿਆਦਾ ਸਮਝ ਆ ਰਹੀ ਹੈ। ਸਾਡੇ ਬੱਚਿਆਂ ਨੂੰ ਤਾਂ ਮੈਮ ਜਿਹੜੇ ਉਹ ਅੱਜ ਕੱਲ੍ਹ ਬੜੇ ਆਰਟੀਫਿਸ਼ੀਅਲ ਜਿਹੇ ਪੌਪਕੌਰਨ ਚੱਲੇ ਹੋਏ ਨੇ, ਕੁਰਕੁਰੇ ਵਗੈਰਾ, ਉਹਨਾਂ ਸਾਰੇ ਸਿੰਥੈਟਿਕ ਜਿਹੜੇ ਚੀਜ਼ਾਂ ਨੇ, ਮੈਨੂੰ ਲੱਗਦਾ ਉਧਰਲੇ ਪਾਸੇ ਟਾਈਮ ਨਹੀਂ। ਮੈਡਮ ਕਿਹਨਾਂ ਨੇ ਲਾਤਾ? ਅਸੀਂ ਤਾਂ ਮੁਰੰਡੇ ਖਾਣ ਵਾਲੇ ਤੇ ਸਾਡੀਆਂ ਕਿੱਕਲੀ ਪਾਉਣ ਵਾਲੀਆਂ, ਭੰਗੜੇ ਪਾਉਣ ਵਾਲੇ ਸਾਡੇ ਬੱਚੇ ਸੀ, ਗੀਟੇ ਖੇਡਣ ਵਾਲੇ, ਪੀਚੋ ਖੇਡਣ ਵਾਲੇ, ਤੇ ਇਹ ਕਿਹਨਾਂ ਨੇ ਲਾਤਾ ਜੀ ਸਾਨੂੰ ਇਧਰਲੇ ਪਾਸੇ ਕਿ ਅਸੀਂ ਕੁਰਕੁਰੀ ਖਾਈ ਜਾਂਦੇ ਹਾਂ ਜੀ, ਹੋਰ ਨਹੀਂ ਸਾਡੇ ਬੱਚਿਆਂ ਨੂੰ ਸਾਰਾ ਦਿਨ ਮੋਬਾਈਲ, ਕਿਹਨਾਂ ਨੇ ਲਾਤਾ ਜੀ? ਇਹਦੇ ਪਿੱਛੇ ਜ਼ਿੰਮੇਵਾਰ, ਤੁਹਾਡੀ ਬੜਾ ਲੰਬਾ ਤਜਰਬਾ ਤੁਹਾਡੇ ਕੋਲ ਜ਼ਿੰਦਗੀ ਦਾ, ਕਿਹਨਾਂ ਨੇ ਲਾਤਾ? ਅਸੀਂ ਖੁਦ ਜ਼ਿੰਮੇਵਾਰ ਹਾਂ ਜਾਂ ਇਸ ਸੁਸਾਇਟੀ ਦੇ, ਜਾਂ ਅਸੀਂ ਸਾਜ਼ਿਸ਼ ਦਾ ਸ਼ਿਕਾਰ ਹਾਂ? ਅਸੀਂ ਸਭ ਤੋਂ ਵੱਡੀ ਸਾਜ਼ਿਸ਼ ਦਾ ਸ਼ਿਕਾਰ ਤਾਂ ਹੈਗੇ ਹੀ ਆ। ਇਹ ਸਭ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਜੰਕ ਫੂਡ ਸੀਗਾ ਫੋਰਨ ਕੰਟਰੀਜ਼ 'ਚ ਸੀਗਾ, ਤੁਸੀਂ ਫੋਰਨ ਕੰਟਰੀਜ਼ 'ਚ ਹੁਣ ਜਾਓਗੇ ਨਾ, ਉੱਥੇ ਜੰਕ ਫੂਡ ਘਟ ਰਹੇ ਨੇ। ਜਿੱਦਾਂ KFC ਆ ਗਿਆ ਜੀ, ਹੈ ਨਾ, ਚਿਕਨ ਦਾ ਮਾਫੀਆ ਪੂਰਾ, ਹੈ ਨਾ। ਤੁਹਾਨੂੰ ਉਹਦੇ 'ਚ ਜਿਹੜਾ ਉਹਦੇ ਵਿੱਚ ਤੇਲ ਯੂਜ਼ ਕਰਦੇ, ਤੁਹਾਨੂੰ ਨਹੀਂ ਪਤਾ ਕਾਹਦਾ ਤੇਲ ਯੂਜ਼ ਕਰਦੇ ਨੇ। ਮੈਕਡੀ ਹੋ ਗਿਆ, ਕੁਰਕਰੇ ਹੋ ਗਏ, ਹੋਰ ਸਿੰਥੈਟਿਕ ਚਿਪਸ ਹੋ ਗਏ, ਇਹ ਸਾਰੇ ਫੋਰਨ ਦੀ ਦੇਣ ਹੈ। ਉਹ ਤੁਹਾਨੂੰ, ਕਿਉਂਕਿ ਜਿੰਨੀ ਸਾਡੇ, ਮੈਂ ਇਸ 'ਤੇ ਵੱਡੀ ਰਿਸਰਚ ਹੈ, ਤੁਸੀਂ ਆਪਾਂ ਫਿਰ ਕਿਸ ਦਿਨ ਗੱਲ ਕਰਾਂਗੇ, ਕਿਉਂਕਿ ਜਿਹੜਾ ਸਾਡੇ ਕੋਲ ਸੀ ਨਾ ਰਿਐਲਿਟੀ ਦੇ ਵਿੱਚ, ਉਹ ਬ੍ਰਿਟਿਸ਼ਰ ਲੈ ਗਏ, ਉਹ ਗੋਰੇ ਲੈ ਗਏ, ਠੀਕ ਹੈ। ਸਾਡੀਆਂ ਪੜ੍ਹਾਈਆਂ ਲੈ ਗਈਆਂ। ਮਹਾਰਾਜਾ ਰਣਜੀਤ ਸਿੰਘ ਦਾ ਉਪਰਾਲਾ ਸੀਗਾ ਕਿਸੇ ਜ਼ਮਾਨੇ 'ਚ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਹੁੰਦੇ ਸੀ, ਕਿ ਮੈਂ ਪੰਜਾਬ ਦੇ ਇੱਕ ਪੰਜਾਬ ਬਹੁਤ ਵੱਡਾ ਸੀ ਉਦੋਂ, ਹਿਮਾਚਲ ਸਾਡਾ ਪੰਜਾਬ 'ਚ ਸੀਗਾ, ਇੱਧਰੋਂ ਹਰਿਆਣਾ ਪੰਜਾਬ 'ਚ ਸੀਗਾ, ਬੜਾ ਵੱਡਾ ਸੀ ਪੰਜਾਬ ਇੱਕ ਵੱਡਾ ਸੂਬਾ ਹੁੰਦਾ ਸੀਗਾ, ਜਿਹਦੀ ਸਾਨੂੰ ਬਹੁਤ ਤਕੜੀ ਮਾਰ ਮਾਰੀ ਹੈ ਗੋਰਿਆਂ ਨੇ। ਉਹਦੇ 'ਚ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਸੀ ਕਿ ਘਰ ਘਰ ਕਾਇਦੇ ਪਹੁੰਚਾਉਣੇ ਆ, ਮੈਂ ਪੰਜਾਬੀ, ਹਰ ਇੱਕ ਬੰਦੇ ਦੇ ਘਰ ਪੜ੍ਹਾਈ
ਜਿਹੜੇ ਕਾਇਦੇ ਮਹਾਰਾਜਾ ਰਣਜੀਤ ਸਿੰਘ ਨੇ ਸਾਨੂੰ ਫੜਾਏ ਸੀ, ਇਸ ਤਾਂ ਆਨੇ ਪਿੱਛੇ ਉਹ ਵੀ ਵਾਪਸ ਕਰਤੇ ਸੀਗੇ। ਇਹ ਵੱਡਾ ਇਤਿਹਾਸ ਹੈ, ਉਹੀ ਮੈਂ ਤੁਹਾਨੂੰ ਦੱਸ ਰਹੀ ਹਾਂ। ਕਿਉਂਕਿ ਸਾਡੇ ਜਿਹੜੇ ਲੋਕ ਆ ਨਾ, ਉਹ ਨਸ਼ਿਆਂ 'ਚ ਪਾਤੇ, ਚਾਹ 'ਚ ਪਾਤੇ, ਨਸ਼ਿਆਂ 'ਚ ਪਾਤੇ, ਉਹਦੇ ਨਾਲ ਸਾਡੀਆਂ ਪੜ੍ਹਾਈਆਂ ਖੁੰਝ ਗਈਆਂ। ਹੁਣ ਸਾਡਾ ਪਿੰਡਾਂ ਦਾ ਜਵਾਕ ਦੇਖੋ, ਵਿਰਲਾ ਹੀ ਕੋਈ ਪੜ੍ਹਿਆ ਹਨਾ। ਜਿਹੜੇ ਪੜ੍ਹੇ ਆ ਉਹ ਬਾਹਰ ਨੂੰ ਚਲੇ ਜਾਂਦੇ ਕਿਉਂਕਿ ਰੁਜ਼ਗਾਰ ਨਹੀਂ ਹੈ। ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਅਸੀਂ ਆਪ ਵੀ ਜ਼ਿੰਮੇਵਾਰ ਆ। ਅਸੀਂ ਆਪ ਜ਼ਿੰਮੇਵਾਰ ਆ, ਹੁਣ ਵੀ ਅਸੀਂ ਆਪ ਜ਼ਿੰਮੇਵਾਰ ਆ। ਅਸੀਂ ਘਰੇ ਮਾਂ-ਬਾਪ ਆਪਣੀਆਂ ਗੱਲਾਂ ਲਈ ਜਾਂ ਆਪਣੀਆਂ ਹੋਰ ਆਪਣੇ ਰੁਝੇਵਿਆਂ 'ਚ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫੜਾਤੇ। ਛੋਟੇ ਬੱਚੇ ਅੱਜ ਕੱਲ੍ਹ ਸੁਸਾਈਡ ਕਰ ਰਹੇ ਨੇ। ਛੋਟੇ ਬੱਚਿਆਂ ਦੀਆਂ ਗਰਲਫ੍ਰੈਂਡ ਹੈ, ਕਿਉਂਕਿ ਉਹਨਾਂ ਨੂੰ ਕੋਲ ਟਾਈਮ ਨਹੀਂ ਹੈ ਹੋਰ ਕੁਝ ਕਰਨ ਨੂੰ। ਸੋ ਪੜ੍ਹਾਈਆਂ ਕਰ ਨਹੀਂ ਰਹੇ, ਮੋਬਾਈਲ ਹੱਥਾਂ 'ਚ ਆ ਗਏ, ਅਨਪੜ੍ਹਤਾ ਰਹਿ ਗਈ। ਕਿਤੇ ਨਾ ਕਿਤੇ ਸਾਡੇ ਬਰਡਨ ਵੱਧ ਰਹੇ ਨੇ ਮਾਂ-ਬਾਪ ਦੇ, ਹੈ ਨਾ। ਸੋ ਅਸੀਂ ਵੀ ਜ਼ਿੰਮੇਵਾਰ ਹੈ। ਅਸੀਂ ਇੱਕ ਬੰਦਾ ਜੇ ਉਪਰਾਲਾ ਕਰੀਏ ਨਾ, ਅਸੀਂ ਆਪਣੇ ਆਪ ਨੂੰ ਠੀਕ ਕਰਨਾ ਹੈ। ਜਿਸ ਤਰੀਕੇ ਨਾਲ ਇੱਥੇ ਉਪਰਾਲਾ ਕੀਤਾ ਹੈ, ਸਾਡੇ NRI ਭਾਈਚਾਰਾ ਅੱਗੇ ਆਇਆ ਹੈ। ਹੋਰ NRI ਭਾਈਚਾਰੇ ਨੂੰ ਕੀ ਤੁਸੀਂ ਅਪੀਲ ਕਰੋਗੇ? ਕਿ ਮੈਨੂੰ ਲੱਗਦਾ ਕਿ ਬੜਾ ਵਧੀਆ ਔਰ ਵੈਲ ਆਰਗੇਨਾਈਜ਼ਡ ਕੈਂਪ ਅੱਜ ਆਪਣੇ ਪਿੰਡ ਵਾਸਤੇ ਜਿਹੜਾ ਔਲਖ ਸਾਹਿਬ ਹੋਰਾਂ ਨੇ ਕੀਤਾ ਹੈ, ਤੇ ਮੈਨੂੰ ਲੱਗਦਾ ਕਿ ਪੂਰੇ ਪੰਜਾਬ 'ਚ ਇੱਦਾਂ ਦੇ ਔਲਖਾਂ ਨੂੰ, ਜਿਹੜੇ ਚੀਮਿਆਂ ਨੂੰ, ਸਾਰੇ ਸਾਡੇ ਭਾਈਚਾਰੇ ਨੂੰ ਸਾਹਮਣੇ ਆਉਣਾ ਚਾਹੀਦਾ। ਬਿਲਕੁਲ ਮੈਂ ਬਿਲਕੁਲ ਇਹਨੂੰ ਹੈਟਸ ਆਫ ਕਹਿੰਦੀ ਹਾਂ ਕਿ ਜਿੰਨੇ NRI ਆ ਉਹਨਾਂ ਲਈ ਤਾਂ ਇੱਕ ਤੁੱਛ ਜੀ ਅਮਾਊਂਟ ਹੈ, ਪਰ ਉਹ ਇੱਥੇ ਬੜੀ ਵੱਡੀ ਬਣ ਕੇ ਸਾਡੇ ਲਈ ਸਾਡਾ ਮਤਲਬ ਪੂਰਦੀ ਹੈ, ਇੱਕ ਪੱਖ ਪੂਰਦੀ ਹੈ ਨਾ। ਸਾਡੇ ਲੋਕਾਂ ਲਈ ਬਹੁਤ ਬੇੜਾ ਪਾਰ ਕਰ ਸਕਦੇ। ਬਿਲਕੁਲ ਬੇੜਾ ਪਾਰ ਕਰ ਸਕਦੀ ਸੀ। ਸਾਡੇ ਇਕੱਲੇ ਇੱਕ ਬੰਦੇ ਨੂੰ ਅੱਜ ਦੇਖੋ ਇਸ ਵੱਡੇ ਕੈਂਪ 'ਚ ਕਿੰਨੇ ਲੋਕ ਆਏ ਆ, ਸਾਰਿਆਂ ਨੂੰ ਇਹਨਾਂ ਨੇ ਸੰਪੂਰਨ ਕਰਕੇ ਭੇਜਣਾ ਹੈ ਨਾ। ਮਤਲਬ ਕਹਿਣ ਦਾ ਮਤਲਬ ਇੱਕ ਕਣਕ ਦਾ ਦਾਣਾ ਵੀ ਇੱਕ ਮਿਲ ਜੇ ਤੁਹਾਡੇ ਲਈ, ਤੇ ਇਟਸ ਵੈਰੀ ਗੁੱਡ, ਹੈ ਨਾ। ਸੋ ਮੈਂ ਕਹਿੰਦੀ ਵੀ ਤੁਹਾਨੂੰ ਥੋੜ੍ਹੀ ਜਿਹੀ ਵੀ ਤੁਹਾਨੂੰ ਇਹਦੇ ਤੋਂ ਥੋੜ੍ਹਾ ਜਿਹਾ ਵੀ ਤੁਹਾਨੂੰ ਇਹਦੇ 'ਚੋਂ ਕੁਛ ਮਿਲਦਾ ਨਾ, ਮੇਰਾ ਖਿਆਲ ਹੈ ਇਸ ਤੋਂ ਵੱਡੀ ਗੱਲ ਹੈ ਹੀ ਨਹੀਂ। ਵੀ ਕਿਸੇ ਨੂੰ ਮਾੜਾ ਜਿਹਾ ਵੀ ਇੱਕ ਅੱਜ ਮਤਲਬ ਸਕੂਨ ਮਿਲਦਾ ਹੈ ਇਸ ਕੈਂਪ 'ਚੋਂ, ਮੈਂ ਕਹਿੰਦੀ ਨਾਲੇ ਪੁੰਨ ਨਾਲੇ ਫਲੀਆਂ। ਉਹਨਾਂ ਨੂੰ ਪੁੰਨ ਤਾਂ ਜਿਹੜਾ ਲੱਗਣਾ ਹੈਗਾ। ਤੇ ਇੱਧਰ ਸਾਡੇ ਬੱਚੇ ਨੂੰ ਗਗਨ ਜੀ ਜਿਹੜੇ ਮੇਰੇ ਨਾਲ ਬੈਠੇ ਨੇ, ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ। ਇੰਨੀ ਛੋਟੀ ਉਮਰ 'ਚ ਇਹਨਾਂ ਦੇ ਉਪਰਾਲੇ ਹੈ, ਇਹਨਾਂ ਦੇ ਉਪਰਾਲੇ ਕਰਕੇ ਮੈਂ ਅੱਜ ਲੰਡਨ ਤੋਂ ਆਈ ਹਾਂ। ਸੋ ਬਿਲਕੁਲ ਥੈਂਕ ਯੂ ਗਗਨ ਜੀ ਤੁਹਾਡਾ ਵੀ। ਸੋ ਮੈਂ ਤਾਂ ਸਾਰੇ ਪੰਜਾਬ ਦੇ ਬੱਚਿਆਂ ਨੂੰ ਕਹਿੰਦੀ ਹਾਂ ਕਿ ਜਿਨ੍ਹਾਂ ਕੋਲ ਪੜ੍ਹਾਈਆਂ ਘੱਟ ਵੀ ਹੈ, ਇਹਦੇ 'ਚ ਪੜ੍ਹਾਈ ਦੀ ਲੋੜ ਹੀ ਨਹੀਂ ਹੈ। ਐਕੋ ਪ੍ਰੈਸ਼ਰ 'ਚ ਕੋਈ ਪੜ੍ਹਾਈ ਦੀ ਲੋੜ ਨਹੀਂ ਹੈ। ਸਿਰਫ ਤੁਹਾਡੇ ਕੋਲ ਅੱਛਾ ਦਿਮਾਗ ਹੈ, ਤੁਸੀਂ ਸਮਝ ਸਕਦੇ ਹੋ, ਪੁਆਇੰਟ ਸਮਝ ਸਕਦੇ ਹੋ, ਕਰਕੇ ਤੁਸੀਂ ਆਪਣਾ ਜ਼ਰੂਰ ਇਸ ਐਕੋ ਪ੍ਰੈਸ਼ਰ ਨੂੰ, ਨੈਚੁਰਪੈਥ ਨੂੰ ਜ਼ਰੂਰ ਅਪਣਾਓ। ਤੇ ਬਸ ਮੇਰੀ ਇਹੀ ਤੁਹਾਨੂੰ ਗੁਜ਼ਾਰਿਸ਼ ਹੈ ਕਿ ਨੈਚੁਰਪੈਥ ਨਾਲ ਜੁੜੋ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਡੋਲੀ ਮੈਮ, ਬੜਾ ਕੀਮਤੀ ਸਮਾਂ ਹੈ ਤੁਹਾਡਾ, ਤੁਸੀਂ ਹਕੀਕਤ TV ਨੂੰ ਦਿੱਤਾ, ਇਸ ਲਈ ਤੁਹਾਡਾ ਬਹੁਤ ਸ਼ੁਕਰੀਆ। ਨਹੀਂ ਤੁਹਾਡਾ ਵੀ ਬਹੁਤ ਸ਼ੁਕਰੀਆ, ਸਾਰਿਆਂ ਦਾ ਹੀ ਥੈਂਕ ਯੂ ਸੋ ਮਚ। ਸੋ ਇਹ ਸਨ ਮੈਡਮ ਡੋਲੀ ਮਲਕੀਅਤ, ਜਿਨ੍ਹਾਂ ਨੇ ਆਪਣੇ ਤਜਰਬੇ ਨੇ ਜਿਹੜੇ ਉਹ ਸਾਂਝੇ ਕੀਤੇ ਨੇ, ਔਰ ਨਾਲੋਂ ਨਾਲ ਪੰਜਾਬ ਦੇ ਨੌਜਵਾਨਾਂ ਨੂੰ, ਪੰਜਾਬ ਦੇ ਬਜ਼ੁਰਗਾਂ ਨੂੰ, ਪੰਜਾਬ ਦੇ ਜਿਹੜੇ ਬੱਚਿਆਂ ਨੂੰ ਬੜੀ ਬਿਹਤਰੀਨ ਇੱਕ ਅਪੀਲ ਉਹਨਾਂ ਨੇ ਕੀਤੀ ਆ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੁਦਰਤ ਨਾਲ ਜੁੜੀਏ, ਦਵਾਈਆਂ ਤੋਂ ਆਪਣਾ ਖਹਿੜਾ ਛੁਡਾਈਏ। ਇਸ ਲਈ ਜਿਹੜੀਆਂ ਛੋਟੀਆਂ ਗੱਲਾਂ ਨੇ, ਉਹਨਾਂ ਨੇ ਕਿਹਾ ਕਿ ਚਿੱਟੀਆਂ ਚੀਜ਼ਾਂ, ਸਫੈਦ ਚੀਜ਼ਾਂ, ਚਾਹੇ ਉਹ ਕਿਸੇ ਰੂਪ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਨੇ, ਉਹਨਾਂ ਨੂੰ ਘੱਟ ਤੋਂ ਘੱਟ ਇਸਤੇਮਾਲ ਦੇ ਵਿੱਚ ਲੈ ਕੇ ਆਈਏ ਤੇ ਲੋੜ ਪੈਣ ਤੇ ਕੁਦਰਤ ਨਾਲ ਜੁੜੀਏ। ਔਰ ਜਿਹੜਾ ਹੋਰ ਕਿਸੇ ਵੀ ਤਰੀਕੇ ਦੀ ਅਗਰ ਸਾਡੇ ਘਰ ਦੇ ਵਿੱਚ ਕੋਈ ਦੁੱਖ, ਕੋਈ ਤਕਲੀਫ ਹੈ, ਤਾਂ ਉਹਨਾਂ ਦਾ ਕਹਿਣਾ ਕਿ ਐਕਵਾ ਪ੍ਰੈਸ਼ਰ ਜਿਹੜੀ ਥੈਰੇਪੀ ਹੈਗੀ ਆ, ਉਹ ਬਹੁਤ ਵੱਡਾ ਇੱਕ ਰੋਲ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਅਦਾ ਕਰ ਸਕਦੀ ਹੈ, ਕਿਉਂਕਿ ਉਹ ਵੀ ਇਸੇ ਸਿਚੁਏਸ਼ਨ ਦੇ ਵਿੱਚੋਂ ਨਿਕਲੇ ਨੇ ਔਰ ਆਪਣਾ PGI ਵਾਲਾ, ਈਵਨ ਕਿ ਆਪਣਾ ਕੈਂਸਰ ਵਾਲਾ, ਉਹਨਾਂ ਨੇ ਜਿਹੜੇ ਹਾਲਾਤ ਨੇ ਤੁਹਾਡੇ ਸਾਹਮਣੇ ਬਿਆਨ ਕੀਤੇ ਨੇ। ਫਿਲਹਾਲ ਇਹ ਗੱਲਬਾਤ ਕਿਵੇਂ ਲੱਗੀ, ਇਸ ਬਾਬਤ ਤੁਸੀਂ ਆਪਣੀ ਰਾਏ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।